ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅੱਗੇ ਆਪਾਂ ਗੁਰੂ ਪਾਤਸ਼ਾਹ ਬਾਰੇ ਇੱਕ ਕੈਸਟ ਭਰੀ ਆ, ਲਿਖਿਆ ਵੀ ਹੈ ਜਿਹੜਾ ਗੁਰੂ ਹੈ ਗੁਰੂ ਨਾਨਕ ਹੈ, ਵਾਹਿਗੁਰੂ ਹੈ। ਤੇ ਵਾਹਿਗੁਰੂ ਸਭ ਦਾ ਸਾਂਝਾ ਹੁੰਦਾ ਹੈ। ਨਾਨਕ ਗੁਰੂ ਗੁਰੂ ਹੈ ਪੂਰਾ, ਮਿਲ ਸਤਿਗੁਰੂ ਨਾਮ ਤੇ ਆਇਆ। ਤੂੰ ਬਿਨ ਗੁਰੂ ਪੂਰੇ ਨਾਹੀਂ ਉਧਾਰ, ਬਾਬਾ ਨਾਨਕ ਆਖੇ ਇਹ ਵਿਚਾਰ। ਜੈਸਾ ਸਤਿਗੁਰੂ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰਦਰ ਕੇ ਕਾਬਲ ਸੀਠ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਬਿਨ ਗੁਰ ਪਰਮੇਸ਼ਰ ਕੋਈ ਨਾਹੀਂ, ਤੂੰ ਆਵਣ ਜਾਣੇ ਪਰਜ ਬਗੋਈ, ਬਿਨ ਸਤਿਗੁਰੂ ਥਿਰ ਕੋਏ ਨਾ ਹੋਈ। ਤੋ ਸਤਿਗੁਰੂ ਬਾਝੋ ਸੰਗਤ ਨਾ ਹੋਈ, ਬਿਨ ਸ਼ਬਦੇ ਪਾਰ ਨਾ ਪਾਵੇ ਕੋਈ। ਤੋ ਆਪਾਂ ਗੁਰੂ ਪਾਤਸ਼ਾਹ ਬਾਰੇ ਬੜਾ ਕੁਛ ਲਿਖ ਕੇ ਆਏ ਹਾਂ, ਬਹੁਤ ਕੁਛ। ਨਾਨਕ ਗੁਰੂ ਗੁਰੂ ਹੈ ਸਤਿਗੁਰੂ, ਮੈਂ ਸਤਿਗੁਰੂ ਸਰਨ ਮਿਲਾਵੋਗੇ। ਸਤਿਗੁਰੂ ਮਹਾਂਪੁਰਖ ਹੈ ਪਾਰਸ, ਜੋ ਲਾਗੇ ਸੋ ਫਲ ਪਾਵੋਗੇ। ਸਾਖਤ ਨਰ ਸਤਿਗੁਰੂ ਨਹੀਂ ਕੀਆ, ਤੇ ਬੇਮੁਖ ਹਰ ਭਰਮਾਵੋਗੇ। ਬਿਨ ਗੁਰ ਭੇਟੇ ਕੋ ਮਹਿਲ ਨਾ ਪਾਵੇ, ਆਵੇ ਜਾਏ ਦੁੱਖ ਪਾਵੋਗੇ। ਸੋ ਆਪਾਂ ਗੁਰੂ ਨੂੰ ਇਸੇ ਕਰਕੇ ਲਿਖਿਆ ਕਿ ਆਪਾਂ ਕਈ ਕਬੀਰ ਮਨ ਮੁੰਡਿਆ ਨਹੀਂ, ਕੇਸ ਮੁੰਡਾਏ ਕਾਏ। ਜੋ ਕੁਛ ਕੀਆ ਸੋ ਮਨ ਕੀਆ, ਮੁੰਡਾ ਮੁੰਡੇ ਜਾਏ। ਮਾਏ ਮੁੰਡੋ ਤਿਸ ਗੁਰ ਕੀ, ਜਹ ਤੇ ਭਰਮ ਨਾ ਜਾਏ। ਕਬੀਰ ਮਾਏ ਮੁੰਡੋ ਤਿਸ ਗੁਰ ਕੀ, ਜਾਂ ਤੇ ਭਰਮ ਨਾ ਜਾਏ। ਆਪ ਡੁੱਬੇ ਚੌ ਬੇਦ ਮੈਂ, ਚੇਲੇ ਦੀਏ ਬਹਾਏ। ਹੁਣ ਆਪਾਂ ਜਦੋਂ ਵਾਹਿਗੁਰੂ ਹੈ ਉਹ ਸ੍ਰਿਸ਼ਟੀ ਦਾ ਕਰਤਾ ਹੈ, ਤੇ ਜਦੋਂ ਸ੍ਰਿਸ਼ਟੀ ਦਾ ਕਰਤਾ ਹੈ, ਦੇਖੋ ਇੱਕ ਗੱਲ ਹੋਰ ਬੜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਭਾਇਓ। ਗੁਰੂ ਪਾਤਸ਼ਾਹ ਸੱਚਖੰਡ ਚਲੇ ਗਏ ਤੇ ਵਾਹਿਗੁਰੂ ਨੂੰ ਇਉਂ ਹੀ ਚੰਗਾ ਲੱਗਾ। ਹਰ ਸਿੰਘਾਸਨ ਦਿਓ ਸ੍ਰੀ ਗੁਰੂ ਤੈ ਬਿਠਾਇਓ। ਵਾਹਿਗੁਰੂ ਨੇ ਆਪਣਾ ਸਿੰਘਾਸਨ ਗੁਰੂ ਪਾਤਸ਼ਾਹ ਨੂੰ ਦੇ ਦਿੱਤਾ ਤੇ ਉੱਥੇ ਗੁਰੂ ਸਾਹਿਬ ਨੂੰ ਬਿਠਾਇਆ। ਜਿਹੜੇ ਬੰਦੇ ਨਾ ਰੱਬ ਨੂੰ ਨਹੀਂ ਮੰਨਦੇ, ਜਾਂ ਅਗਲੀ ਦੁਨੀਆ, ਰੱਬ ਨੂੰ ਤਾਂ ਮੰਨਦੇ ਆ ਸਾਰੇ ਵਿਦਵਾਨ, ਅਗਲੀ ਦੁਨੀਆ ਨੂੰ ਨਹੀਂ ਮੰਨਦੇ। ਤੋ ਹਰ ਸਿੰਘਾਸਨ ਦਿਓ ਸ੍ਰੀ ਗੁਰੂ ਤੈ ਬਿਠਾਇਓ। ਜੋ ਛਤਰ ਸਿੰਘਾਸਨ ਪ੍ਰਿਥਵੀ, ਗੁਰੂ ਅਰਜਨ ਕੋ ਦੇ ਆਇਓ। ਸਿੰਘਾਸਨ ਵੱਲ ਧਿਆਨ ਦਿਓ। ਕੌਣ ਕਹੇ ਸੋ ਕਵਨ ਕਹੇ ਸ੍ਰੀ ਗੁਰੂ ਮੋਇਓ। ਹਰ ਸਿੰਘਾਸਨ ਦਿਓ ਸ੍ਰੀ ਗੁਰੂ ਤੈ ਬਿਠਾਇਓ। ਛਤਰ ਸਿੰਘਾਸਨ ਪ੍ਰਿਥਵੀ, ਗੁਰੂ ਅਰਜਨ ਕੋ ਦੇ ਆਇਓ। ਧਰਨ ਗਗਨ ਨਵਖੰਡ ਮੈਂ, ਜੋਤ ਸਰੂਪੀ ਰਹਿਓ ਭਰ। ਭੰਨ ਮੱਥਰਾ ਕਛ ਭੇਦ ਨੇ, ਗੁਰੂ ਅਰਜਨ ਪ੍ਰਤੱਖ ਹਾਰੋ। ਬਾਣੀ ਨੂੰ ਬਹੁਤ ਪਿਆਰ ਨਾਲ ਪੜ੍ਹੋ ਤਾਂ ਜਾ ਕੇ ਗੱਲ ਸਮਝ ਆਉਣੀ ਹੈ। ਮੈਂ ਤੁਹਾਨੂੰ ਇੱਕ ਗੱਲ ਜਿਹੜੀ ਮੈਂ ਸਾਖੀਆਂ ਦੋ ਚਾਰ ਦੱਸਣੀਆਂ ਚਾਹੁੰਦਾ। ਗੁਰੂ ਇਤਿਹਾਸ ਵਿੱਚ ਸਾਡਾ ਇਤਿਹਾਸ ਬੜਾ ਊਲ ਜਲੂਲ ਲਿਖਿਆ ਪਿਆ। ਜਦੋਂ ਸਿੱਖਾਂ ਦੇ ਮੁੱਲ ਪੈ ਗਏ ਤੇ ਅਸੀਂ ਬਾਹਰ ਚਲੇ ਗਏ ਜੰਗਲਾਂ ਵਿੱਚ, ਉਦੋਂ ਜਦੋਂ ਪੁਜਾਰੀਆਂ ਨੂੰ ਆਪਾਂ ਗੁਰਦੁਆਰੇ ਦੇ ਗਏ, ਸੌਂਪ ਗਏ, ਚਲੋ ਗੁਰੂ ਸਾਹਿਬ ਦੀ ਸੇਵਾ ਹੁੰਦੀ ਰਹੇਗੀ। ਲੋਕ ਲਾ ਜਾਂਦੇ ਨਾ, ਚੰਗਾ ਸੀ। ਲੋਕ ਨਹੀਂ ਲਾਏ, ਸੇਵਾ 'ਚ ਕੀ ਕਰ ਗਏ ਕਿ ਸਾਡਾ ਸਾਰਾ ਇਤਿਹਾਸ ਹੀ ਵਿਗਾੜ ਗਏ। ਸਾਡੇ 'ਚ ਬੜੀਆਂ ਬਾਣੀਆਂ ਐਡ ਕਰ ਗਏ, ਬੜਾ ਕੁਛ ਕਰ ਗਏ। ਬਹੁਤ ਊਲ ਜਲੂਲ ਲਿਖਿਆ ਪਿਆ। ਕਾਰਨ ਇਹ ਸੀ ਕਿ ਅਸੀਂ ਠੀਕ ਤਰੀਕੇ ਨਾਲ ਗੁਰੂ ਨਾਨਕ ਬਾਬੇ ਨੂੰ ਸਮਝ ਨਹੀਂ ਸਕੇ। ਅਸੀਂ ਸਿੱਖਾਂ ਦਾ ਗੁਰੂ ਕਹਿ ਕੇ ਡੱਬੀ 'ਚ ਬੰਦ ਕਰ ਦਿੱਤਾ। ਕਿਸੇ ਨੇ ਉਸ ਨੂੰ ਇਨਸਾਨੀਅਤ ਦਾ ਗੁਰੂ, ਦੈਵੀ ਗੁਣਾਂ ਦਾ ਗੁਰੂ, ਰੱਬ ਦਾ ਰਹਿਬਰ, ਇੱਕੋ ਇੱਕ ਰਹਿਬਰ, ਇੱਕੋ ਇੱਕ ਗੁਰੂ ਕਹਿ ਕੇ ਨਹੀਂ ਪ੍ਰਚਾਰਿਆ। ਸਿੱਖਾਂ ਦਾ ਗੁਰੂ ਦਾੜੀ ਕੱਟਿਆਂ ਦਾ ਗੁਰੂ, ਸ਼ਰਾਬੀਆਂ ਦਾ ਗੁਰੂ, ਸਿਆਸੀਆਂ ਦਾ ਗੁਰੂ, ਚੋਰਾਂ ਯਾਰਾਂ ਠੱਗਾਂ ਦਾ ਗੁਰੂ, ਨਸ਼ਈਆਂ ਦਾ ਗੁਰੂ, ਸਮਗਲਰਾਂ ਦਾ ਗੁਰੂ, ਬੇਅਮਰਤੀਆਂ ਦਾ ਗੁਰੂ, ਰੁੰਡਤ ਮੁੰਡਤ ਦਾ ਗੁਰੂ ਕਹਿ ਕੇ ਹੀ ਪ੍ਰਚਾਰ ਦਿੱਤਾ। ਜਦੋਂ ਛੁੱਟੀ ਹੁੰਦੀ ਹੈ ਨਾ ਸਿੱਖਾਂ ਦੇ ਪਹਿਲੇ ਗੁਰੂ ਗੁਰੂ ਨਾਨਕ ਦਾ ਜਨਮ ਦਿਹਾੜਾ, ਸੋ ਪਹਿਲੀ ਗੱਲ ਇਹ ਸਮਝੋ ਕਿ ਉਹ ਸਿੱਖਾਂ ਦਾ ਕਦੋਂ ਗੁਰੂ ਸੀ। ਸਿੱਖ ਦਾ ਮਤਲਬ ਸ਼ਿਸ਼, ਸਿੱਖਿਆਰਥੀ, ਸਟੂਡੈਂਟ, ਸਿੱਖਿਆ ਲੈਣ ਵਾਲਾ। ਸਿੱਖ ਕੌਮ ਨਾਲ ਉਸ ਦਾ ਸੰਬੰਧ ਹੀ ਕੀ ਸੀ। ਹਿੰਦੂਆਂ ਨੂੰ ਧਰਕਾਰਿਆ, ਮੁਸਲਮਾਨਾਂ ਨੂੰ ਗੱਲ ਨਾਲ ਨਹੀਂ ਲਾਇਆ। ਉਸਨੇ ਕਿਸ ਨੂੰ ਆਪਣਾ ਕਿਹਾ? ਜਿਸ ਨੇ ਉਸਦੇ ਅਸੂਲ ਮੰਨੇ। ਉਹ ਗੁਰੂ ਨਾਨਕ ਅਸੂਲਾਂ ਦਾ ਗੁਰੂ ਸੀ, ਇਨਸਾਨੀਅਤ ਦਾ ਗੁਰੂ ਸੀ, ਸਿਧਾਂਤਾਂ ਦਾ ਗੁਰੂ ਸੀ, ਰੱਬੀ ਗੁਣਾਂ ਦਾ ਗੁਰੂ ਸੀ। ਗੁਰੂ ਨਾਨਕ ਰੱਬ ਸੀ, ਰੱਬ ਦੀ ਗੱਲ ਕਰਨ ਆਇਆ ਸੀ। ਰੱਬ ਨੂੰ ਮਿਲਣ ਲਈ ਆਪਣੇ ਸਿਧਾਂਤ ਦੱਸ ਗਿਆ ਤੇ ਨਿਰੋਲ ਇੱਕੋ ਰੱਬ ਦੇ ਸਨ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 239 ਸਾਲ ਧਰਤੀ ਉੱਤੇ ਰਹਿ ਕੇ ਜੀਵਨ ਜਾਚ ਦੱਸ ਗਿਆ ਜੋ ਇੱਕ ਬੰਦੇ ਨੂੰ ਚਾਹੀਦੀ ਹੈ।
ਛੋਟੇ ਜਿਹੇ ਥੋੜ੍ਹੇ ਜਿਹੇ ਵਿਸਥਾਰ ਨਾਲ ਰੱਬ ਦੀ ਜੀਵਨ ਖੇਡ, ਬਾਜ਼ੀਗਰ, ਨੱਟ, ਤਮਾਸ਼ਾ, ਲੁਕਣ ਮੀਟੀ ਦੀ ਖੇਡ, ਸਰੀਰ ਤੇ ਆਤਮਾ, ਇਹ ਰੱਬ ਤੇ ਧਰਮਰਾਜ, ਦਿਸਦਾ ਜਗਤ ਤੇ ਅਣਡਿੱਠੀ ਦੁਨੀਆ, ਮੋਟੇ ਅਸੂਲ ਸਨ। ਹੁਣ ਸਾਡਾ ਸਿਰਾਂ ਦਾ ਮੁੱਲ ਪੈ ਗਿਆ। ਸਿਰਾਂ ਦੇ ਮੁੱਲ ਪੈਣ ਨਾਲ ਸਾਡਾ ਇਤਿਹਾਸ ਮਗਰੋਂ ਲਿਖ ਦਿੱਤਾ ਗਿਆ। ਤੋ ਲਿਖਣ ਵਾਲੇ ਨੇ ਬੜੀ ਕਮਾਲ ਕੀਤੀ। ਸੱਚਖੰਡ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ। ਬਾਬਾ ਨਾਨਕ ਜੀ ਚੌਰ ਕਰ ਰਹੇ ਨੇ, ਵਾਹਿਗੁਰੂ ਸਿਮਰਨ ਹੋ ਰਿਹਾ। ਤੋ ਬਾਬਾ ਦੇ ਨਿਰੋਲ ਰੱਬ ਦੀ ਗੱਲ ਕੀਤੀ, ਕਿਉਂਕਿ ਆਪ ਰੱਬ ਸੀ। ਤੋ ਅਸੀਂ ਕੀ ਕੀਤਾ? 6ਵੇਂ ਪਾਤਸ਼ਾਹ ਰਾਤੀ ਇਹ ਕੁੜੀ ਚੁੱਕ ਲਿਆ। ਇਹ ਕੰਮ ਸਰੀਰ ਦਾ ਹੈ। ਗੁਰੂ ਸਰੀਰ ਨਹੀਂ ਹੁੰਦਾ ਤਾਂ ਕੰਮ ਹੀ ਕਿਵੇਂ ਹੋ ਗਿਆ? ਸਾਰੀ ਸ੍ਰਿਸ਼ਟੀ ਦਾ ਕਰਤਾ ਹੈ, ਆਪ ਹੀ ਬਣਾਈ, ਤੇ ਆਪਣੀ ਕੁੜੀ ਤੇ ਮੌਤ ਹੋ ਗਿਆ। ਕੀ ਉਹ ਬ੍ਰਹਮਾ ਸੀ? 10ਵੇਂ ਪਾਤਸ਼ਾਹ ਨੂੰ ਇੱਕ ਔਰਤ ਉਧਾਲ ਕੇ ਲੈ ਗਈ, ਮੇਰੇ ਨਾਲ ਭੋਗ ਕਰੇ। 10ਵੇਂ ਪਾਤਸ਼ਾਹ ਚਲੇ ਗਏ, ਫਿਰ ਭੋਗ ਵੀ ਕਰ ਲੈਣਾ ਸੀ। ਤਾਂ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਸਰੀਰ ਕਾਮੀ ਦਾ ਖਿਆਲ ਹੀ ਭੁੱਲ ਜਾਂਦਾ। ਤੁਹਾਨੂੰ ਪਤਾ ਨਹੀਂ ਕਿ ਅੰਦਰੋਂ ਜੀਵ ਗੁਰੂ ਨਾਨਕ ਵਰਗਾ ਬਣ ਜਾਂਦਾ ਹੈ। ਅਸੀਂ ਬੇਅਕਲਾਂ ਗੁਰੂ ਨੂੰ ਬੇਅਕਲ ਲਿਖਣਾ ਚਾਹੁੰਦੇ ਹਾਂ। ਸਾਡੀ ਮੱਤ ਹੈ ਨਹੀਂ, ਗੁਰੂ ਨੂੰ ਵੀ ਉਹੋ ਜਿਹਾ ਦੱਸਣਾ ਚਾਹੁੰਦੇ ਹਾਂ। ਰੱਬ ਨੂੰ ਸਿੰਘ ਬਦਾਵਾ ਲਿਖ ਕੇ ਦੇ ਗਏ। ਲੰਘੇ ਕਿੱਥੋਂ ਦੀ? 5 ਤੋਂ 10 ਲੱਖ ਫੌਜ ਨੇ ਤਾਂ ਕਿਲ੍ਹਾ ਘੇਰਿਆ ਹੋਇਆ ਸੀ, ਉਹਨਾਂ ਨੂੰ ਭੁੰਨ ਕੇ ਖਾ ਜਾਣਾ ਸੀ। ਕਿਵੇਂ ਲੰਘੇ? ਫਿਰ ਸੋਚੋ, ਜਿਹੜਾ ਜਰਨੈਲ ਆਪਣੀ ਫੌਜ ਦੀ ਕਮਾਂਡ ਨਹੀਂ ਕਰ ਸਕਦਾ, ਉਸਦਾ ਕੋਰਟ ਮਾਰਸ਼ਲ ਕੀਤਾ ਜਾਂਦਾ। ਮੂਰਖਾ, ਤੂੰ ਕੀ ਲਿਖ ਰਿਹਾ, ਕੀ ਪੜ੍ਹ ਰਿਹਾ, ਕੀ ਸੁਣਾ ਰਿਹਾ? ਆਪਣੀ ਜੜ ਆਪ ਪੁੱਟੀ ਜਾ ਰਿਹਾ। ਬਾਣੀ ਤੂੰ ਪੜ੍ਹਦਾ ਨਹੀਂ, ਵਿਚਾਰਦਾ ਨਹੀਂ, ਸਿਮਰਨ ਕਰਦਾ ਨਹੀਂ, ਸੁਰਤੀ ਲਾਉਂਦਾ ਨਹੀਂ, ਬਨਾਵਟੀ ਸਿੰਘ ਹੈ। ਗਿਆਨ ਸਿੰਘ ਆਪ ਅਫੀਮ ਖਾਂਦਾ ਸੀ, ਲਿਖ ਦਿੱਤਾ। ਗੁਰੂ ਸਾਹਿਬ ਵੀ ਅਫੀਮ ਖਾਂਦੇ ਸਨ, ਆਪਣੇ ਵਰਗਾ ਹੀ ਸਮਝਿਆ। ਭਾਈ ਜੋਗਾ ਸਿੰਘ ਹੁਸ਼ਿਆਰਪੁਰ ਕੰਜਰੀ ਨੂੰ ਦੇਖ ਕੇ ਡੋਲ ਗਿਆ। ਉੱਥੇ ਸਰਕਾਰੀਏ ਨੇ ਗੁਰਦੁਆਰਾ ਬਣਾ ਦਿੱਤਾ। ਤੂੰ ਅੰਮ੍ਰਿਤਧਾਰੀ ਹੈ, ਤੂੰ ਦੱਸ ਕਿੰਨੀ ਵਾਰੀ ਕੰਜਰੀ ਕੋਲ ਗਿਆ? ਜੇ ਤੂੰ ਨਹੀਂ ਗਿਆ ਤਾਂ ਜੋਗਾ ਸਿੰਘ ਕਿਵੇਂ ਚਲਾ ਗਿਆ? ਇਹ ਕਿਸੇ ਪੰਡਿਤ ਬ੍ਰਾਹਮਣ ਦੀ, ਹਿੰਦੂ ਦੀ ਤਕੜੀ ਚਾਲ ਹੈ ਕਿ ਸਿੱਖ ਵੀ ਡੋਲ ਜਾਂਦੇ ਹਨ। ਕਰੈਕਟਰ ਦੇ ਬਹੁਤੇ ਉੱਚੇ ਨਹੀਂ, ਜੇ ਜੀਵਨ ਦੇ ਉੱਚੇ ਹੀ ਨਹੀਂ ਤਾਂ ਫਿਰ ਤੁਹਾਡੇ ਵਰਗੇ ਹੀ ਹੋ ਜਾਂਦੇ ਆ। ਅੰਮ੍ਰਿਤ ਛਕਣ ਦੀ ਲੋੜ ਨਹੀਂ। ਤੂੰ ਮੈਨੂੰ ਕਿਸੇ ਸਿਆਸੀ ਬੰਦੇ ਦੀ ਉਦਾਹਰਨ ਨਾ ਦੇ, ਕਿਸੇ ਸਿੰਘ ਦੀ ਦੇ, ਗੁਰਸਿੱਖ ਦੀ ਦੇ। ਐਵੇਂ ਤੋਹਮਤ ਨਾ ਲਾ। ਅਸੂਲਾਂ ਨੂੰ ਜਾਣਨ ਦੀ ਕੋਸ਼ਿਸ਼ ਕਰੀਏ। ਤੀਸਰੇ ਪਾਤਸ਼ਾਹ ਕਿੱਲੀ ਨਾਲ ਕੇਸ ਬੰਨ੍ਹ ਕੇ ਭਗਤੀ ਕਰਦੇ ਸਨ। ਕਿ ਉਹ ਨਾਨਕਸਰੀ ਆਨੰਦ ਸਿੰਘ ਸਨ? ਉਹਨਾਂ ਦਾ ਰੂਪ ਸਨ। ਉੱਥੇ ਇਤਿਹਾਸ ਵੀ ਲਿਖ ਦਿੱਤਾ। ਹੋਰ ਬਹੁਤ ਗੱਲਾਂ ਕਿ ਮੈਨੂੰ ਇਹ ਕਿਉਂ ਲਿਖਣਾ ਪਿਆ। ਧਿਆਨ ਨਾਲ ਪੜ੍ਹੋ, ਗੁਰੂ ਨੂੰ ਸਮਝੋ। 10ਮ ਗ੍ਰੰਥ ਨੂੰ ਦੁਨੀਆ ਦੀਆਂ ਸਾਰੀਆਂ ਭਾਸ਼ਾਵਾਂ ਵਿੱਚ ਛਾਪਿਆ ਜਾਵੇਗਾ, ਕਿਉਂਕਿ ਨਿਰੋਲ ਹਿੰਦੂਵਾਦ ਹੈ। ਤੋਕ ਸ਼ਾਸਤਰ ਦੀ ਤਰ੍ਹਾਂ ਗੰਦਾ ਹੈ। ਸਾਰਿਆਂ ਨੂੰ, ਸਾਰੀ ਦੁਨੀਆ ਨੂੰ ਸਾਡੇ ਗੁਰੂ ਦਾ ਕਰੈਕਟਰ ਦੱਸਣਗੇ। ਜੇ ਕੋਈ ਖੋਜ ਕਰੇਗਾ ਤਾਂ ਗੁਰੂਆਂ ਨੂੰ ਬੰਦੇ ਬਰਾਬਰ ਵੀ ਤੁਲਨਾ ਨਹੀਂ ਦੇਗਾ। ਸਿੱਖੜਿਆ ਸਮਝ, ਧਿਆਨ ਨਾਲ ਪੜ੍ਹ। ਦੌਲਤਾਂ ਦਾਈ ਨੇ ਕਿਹਾ ਕਿ ਬੱਚਾ ਆਮ ਬੱਚਾ ਨਹੀਂ, ਪ੍ਰਕਾਸ਼ ਹੋਇਆ, ਬਹੁਤ ਪ੍ਰਕਾਸ਼ ਹੋਇਆ। ਬਹੁਤ ਬੱਚੇ ਜਮਾਏ, ਪਰ ਇਹੋ ਜਿਹਾ ਨਹੀਂ। ਇਹ ਤਾਂ ਰੱਬੋਂ ਹੀ ਕੋਈ ਆਇਆ ਹੈ। ਭਾਵੇਂ 5 ਪੁੱਤਕ ਨਹੀਂ, 5 ਪੁੱਤਕ ਗੁਰੂ ਨਹੀਂ ਹੁੰਦਾ। ਸੱਚਖੰਡ ਦਾ ਮਾਲਕ ਹੁੰਦਾ ਹੈ, ਰੱਬ ਹੁੰਦਾ ਹੈ। ਪਰਮਾਤਮਾ ਆਪ ਹੀ ਗੁਰੂ ਹੁੰਦਾ ਹੈ। ਰੱਬ ਇੱਕ, ਗੁਰੂ ਵੀ ਇੱਕ ਹੁੰਦਾ ਹੈ। ਗੁਰੂ 2 ਨਹੀਂ ਹੁੰਦੇ। ਜੇ ਗੁਰੂ 2 ਹੋ ਜਾਣਗੇ, ਰੱਬ 2 ਹੋ ਜਾਣਗੇ, ਕਿਉਂਕਿ ਗੁਰੂ ਸੱਚਖੰਡ ਦਾ ਮਾਲਕ ਹੁੰਦਾ ਹੈ, ਸੂਖਸ਼ਮ ਹੁੰਦਾ ਹੈ। ਰੱਬ ਤੇ ਗੁਰੂ ਇੱਕੋ ਹੀ ਆਤਮਾ ਦੇ 2 ਨਾਂ ਹੋਣ। ਬੰਦਾ ਜੋ ਰੱਬ ਨੇ ਬਣਾਇਆ ਹੈ, ਰੱਬ ਨੂੰ ਨਹੀਂ ਲੱਭ ਸਕਦਾ। ਰੱਬ ਆਪ ਬੋਲਦਾ ਨਹੀਂ। ਉਹ ਹੀ ਗੁਰੂ ਨਾਨਕ ਬਣ ਗਿਆ ਤੇ ਆਪ ਆਪਣੇ ਬਾਰੇ ਬੰਦੇ ਨੂੰ ਦੱਸਣ ਆਇਆ ਕਿ ਤੂੰ ਰੱਬ ਨੂੰ ਇਸ ਤਰ੍ਹਾਂ ਲੱਭ ਸਕਦਾ ਹੈ, ਮੇਰੀ ਮਦਦ ਤੋਂ ਬਗੈਰ ਨਹੀਂ ਲੱਭਣਾ। ਗੁਰੂ ਪਾਤਸ਼ਾਹ ਪੰਧ ਦੇ ਕੋਲ ਗਿਆ। ਉਸਨੇ ਕਿਹਾ ਊੜਾ ਐੜਾ ਈੜੀ ਸਸਾਹ ਲਿਖ ਦਿੱਤਾ। ਹੁਣ ਪੂਰਨੇ ਪਾਈ ਜਾ। ਰੱਬ ਗੁਰੂ ਨਾਨਕ ਨੇ 5 ਸਾਲ ਦੀ ਉਮਰ 'ਚ ਪੁੱਛਿਆ ਊੜਾ ਕੀ ਹੁੰਦਾ, ਊੜਾ ਐੜਾ ਕੀ ਹੁੰਦਾ? ਪੰਧ ਹੈਰਾਨ ਰਹਿ ਗਿਆ। ਇਹ ਮੁੰਡਾ ਛੋਟਾ ਜਿਹਾ ਲੜਕਾ ਮੈਨੂੰ ਪੁੱਛਦਾ ਹੈ। ਪੰਧੇ ਨੇ ਗੁੱਸੇ ਨਾਲ ਕਿਹਾ ਤੂੰ ਦੱਸ ਦੇ ਕਾਕਾ ਕੀ ਹੁੰਦਾ? ਤਾਂ ਪਾਤਸ਼ਾਹ ਨੇ 5 ਸਾਲ ਦੀ ਉਮਰ 'ਚ ਪੱਟੀ ਲਿਖੀ ਹੈ, ਪੜ੍ਹ ਲਓ। ਸਾਰੀ ਸ੍ਰਿਸ਼ਟੀ ਯੂਨੀਵਰਸ ਦਾ ਕਰਤਾ ਗੁਰੂ ਨਾਨਕ ਹੈ। ਧਰਮਰਾਜ ਵੀ ਗੁਰੂ ਨਾਨਕ ਨੇ ਬਣਾਇਆ ਹੈ। ਉਹਦੇ ਥੱਲੇ 84 ਲੱਖ ਜੂਨ ਆਉਂਦੀ ਹੈ। ਜੇ ਧਰਮਰਾਜ ਉਹ ਆਪ ਸੱਪ ਛਾਂ, ਜੇ ਧਰਮਰਾਜ ਨੇ ਉੱਥੇ ਸੱਪ ਨੂੰ ਛਾਂ ਕਰਨ ਭੇਜ ਦਿੱਤਾ ਆਪਣੇ ਮਾਲਕ ਤੇ, ਆਪਣੇ ਕਰਤੇ ਤੇ, ਆਪਣੇ ਪਾਤਸ਼ਾਹ ਤੇ, ਤਾਂ ਕੀ ਅਨਹੋਣੀ ਗੱਲ ਹੋ ਗਈ। ਆਪਾਂ ਨੂੰ ਪਤਾ ਨਹੀਂ ਕਿ ਬਾਬੇ ਦੇ ਆਲੇ ਦੁਆਲੇ ਕਿੰਨਾ ਪਹਿਰਾ ਸੀ, ਕੀ ਸ਼ਕਤੀਆਂ ਘੁੰਮਦੀਆਂ ਫਿਰਦੀਆਂ ਸਨ।
ਆਪਾਂ ਤਾਂ ਬਾਬੇ ਨੂੰ ਜਨ ਸਧਾਰਨ ਬੰਦਾ ਹੀ ਸਮਝੀ ਜਾਂਦੇ ਹਾਂ। ਸੱਪ ਦੀ ਛਾਂ ਤਾਂ ਬਹੁਤ ਮਾਮੂਲੀ ਗੱਲ ਹੈ। ਬਾਬੇ ਨੂੰ ਸਾਰੀ ਸ੍ਰਿਸ਼ਟੀ ਹੋਲ ਯੂਨੀਵਰਸ ਛਾਂ ਕਰਦੀ ਹੈ। ਬਾਬੇ ਨੂੰ ਸਮਝੀਏ। ਸਾਰੀ ਸ੍ਰਿਸ਼ਟੀ ਬਾਬੇ ਦੀ ਨੌਕਰ ਹੈ। ਬਾਬਾ ਨਾਨਕ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ। ਬਾਬੇ ਨੇ ਦੇਹਧਾਰੀ ਗੁਰੂ ਵੀ ਆਪ ਬਣਾਇਆ। ਜਿਸ ਦੀ ਕਿਸਮਤ ਭੈੜੀ ਹੁੰਦੀ ਨਾ, ਉਸ ਨੂੰ ਸੱਚਖੰਡ ਨਹੀਂ ਭੇਜਣਾ। ਜਿਸ ਨੂੰ ਨਾਮ ਦੀ ਦਾਤ ਨਹੀਂ ਦੇਣੀ, ਅੰਮ੍ਰਿਤ ਨਹੀਂ ਛਕਾਉਣਾ, ਰਹਿਤ ਨਹੀਂ ਰਖਾਉਣੀ, ਕੁਰੈਤ ਕਰਾਉਣੀ ਹੈ, ਨਿਰਮੋਹ ਨਹੀਂ ਬਣਾਉਣਾ, ਮੋਹ ਵਿੱਚ ਰੱਖਣਾ, ਉਸ ਕੋਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਕਮੈਂਟ ਕਰਵਾਉਣਾ ਹੈ। ਰੱਬ ਤੇ ਕਮੈਂਟ ਕੀਤਾ, ਚਲੋ ਦੇਹਧਾਰੀ ਗੁਰੂ ਕੋਲ। ਜਨੇਊ ਦੀ ਰਸਮ ਦੇਖੋ, ਕਿਸੇ ਨੂੰ ਨਹੀਂ ਕਿਹਾ ਕਿ ਮੈਂ ਜਨੇਊ ਨਹੀਂ ਪਾਉਣਾ। ਸਾਰੀ ਬਰਾਦਰੀ ਇਕੱਠੀ ਹੋ ਗਈ। ਅਜੇ ਵੀ ਨਹੀਂ ਕਿਹਾ ਕਿ ਪਾਉਣਾ ਨਹੀਂ। ਜਦੋਂ ਠੀਕ ਸਮੇਂ ਸਿਰ ਹਰਦਿਆਲ ਪੰਡਤ ਜਨੇਊ ਪਾਉਣ ਲੱਗਾ ਤਾਂ ਉਲਟਾ ਉਸ ਨੂੰ ਜਵਾਬ ਦੇ ਕੇ ਨਿਰੁੱਤਰ ਕਰ ਦਿੱਤਾ। ਪੰਡਤ ਜੀ, ਪੰਡਤ ਕੋਲ ਕੋਈ ਜਵਾਬ ਹੀ ਨਹੀਂ ਸੀ। ਇਹ ਸੀ ਕਮਾਲ ਬਾਬੇ ਨਾਨਕ ਦਾ। ਬਾਬਾ ਨਾਨਕ ਨੇ ਸੰਗਤ ਇਕੱਠੀ ਕਰ ਰਹੀ ਤੇ ਸਾਰਿਆਂ ਵਿੱਚ ਆਪਣੀ ਗੱਲ ਕਰਨੀ ਸੀ, ਵਾਹਿਗੁਰੂ ਦਾ। ਕਿਸੇ ਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਕਿ ਮੈਂ ਵਾਹਿਗੁਰੂ ਹਾਂ। ਵਾਹਿਗੁਰੂ ਦੇ ਆਪਣੇ ਕੁਛ ਅਸੂਲ ਹਨ, ਨਿਯਮ ਹਨ, ਜੋ ਵਾਹਿਗੁਰੂ ਆਪ ਹੀ ਦੱਸਣ ਆਇਆ ਸੀ। ਤੇ ਗੁਰੂ ਨਾਨਕ ਨੇ 239 ਸਾਲਾਂ ਵਿੱਚ ਪੂਰੇ ਮਨੁੱਖ ਦੀ ਘਾਟ ਘੜੀ ਉਹ ਖਾਲਸਾ ਬਣਾਇਆ, ਪਿਓਰ ਰੱਬ ਵਰਗਾ। ਕਿਉਂਕਿ ਸੱਚਖੰਡ ਵਿੱਚ ਰੱਬ ਦਾ ਵਾਸਾ ਹੈ। ਉੱਥੇ ਰੱਬ ਵਰਗਾ ਹੀ ਇਨਸਾਨ ਬਣ ਕੇ ਜਾ ਸਕਦਾ ਹੈ। ਤੇ ਰੱਬ ਬੰਦੇ ਨੂੰ ਆਪਣੇ ਵਰਗਾ ਬਣਾਉਣ ਆਇਆ ਸੀ। ਐਮਨਾਬਾਦ ਦੀ ਸਾਖੀ ਬਹੁਤ ਉਲਟ ਪੁਲਟ ਲਿਖੀ ਹੈ। ਬਾਣੀ ਦੇ ਅਰਥਾਂ ਦੇ ਅਨਰਥ ਕੀਤੇ ਹਨ। ਸ਼ਬਦ ਪੜੋ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਪਾਪ ਕੀ ਜੰਜਲਾ ਕਾਬਲੋਂ ਧਾਇਆ ਜੋਰੀ ਮੰਗੇ ਦਾਨ ਵੇ ਲਾਲੋ। तो गुरु साहब ने आप पाना वरताया। ये सारा साका ही वाहिगुरू गुरु नानक ने वरताया, आप किया, आप करवाया। तो तरस किनू आना सी? हुण भुचाल आया, लखां बंदे मारे गए, बेघर हो गए। भुचाल किवें आया? कौन लियाया? तो तरस किनू आना सी? रब नूं कहो तरस कर रब्बा। वो एक होर लियाउण वाला है, वो गंदे नास्तिक मायाधारी मनमुखां ते तरस नहीं खांदा, सगों मारदा है। तीसरे पातशाह दी गागर लिया के इशनान कराउण वाली साखी 100% गलत है। पहली गल, सारी संगत कित्थे इशनान करती सी? उत्थे ही गुरु साहब करते सन। दूसरी गल, साहब जदों पहले दिन खडूर साहब आए उदों किवें इशनान करते सन? जदों गोइंदवाल आए उदों किवें इशनान करते सन? कि ये पखंड नहीं? खूह ते नलके दा पानी छड्ड के दरिया दे पानी विच इशनान करना, तो दरिया दे पानी विच की विशेषताई है वो दस दिओ। फिर देखो नक्शे वाल देखो, गोइंदवाल दरिया उसदे पिछे है। जान लगियां पिठ हुंदी है कि आउण लगियां पिठ हुंदी है? किसी ने गल नूं ध्यान नाल विचारिया नहीं। पंडित की लिखी गल नूं उदां ही मन्नी जांदे, उदां ही पढ़ी जांदे आ। एवें पंडित ब्राह्मण की लिखी कहानी नूं सच्ची मन्नी बैठे हो, ना सोच ना विचार। हुण भी गोंदवाल देखो, अज भी पिछे दी है, साखी कर दी। फिर देखो कितनी सेवा करने वाला, सृष्टि नूं अखां देण वाला आप डिग पिया। वो राम सी कि कृष्ण सी? वहुटी दे आखे डिग पिया। सोने दे हिरन पिछे गोपियां दे आखे घुमदा फिरदा सी। मूर्खा, गुरु नूं समझ। चलो मान लो डिग पिया। बाबा फिर जुलाई कुछ बोली, होना अमरू नूं थावां ते कह दिता, तो तां फिर की होया? इतनी गल बर्दाश्त नहीं होई गुरु साहब कोलों। गुरु सी कि पंडित ब्राह्मण? गुरु करता, गुरु करनहार, गुरु करन जोग, गुरु कारण करन। उन्होंने तो पुत्री सी, तो फिर पुत्री नूं सराप गुरु ना होया, ऋषि मुनि होया। अंदर बर्दाश्त दा मादा ही नहीं। बाबा सानू कहंदा खिमा शिंगार तन प्रीत, आप वधीकी ना जर सकिया। बाबा नानक सी, कहंदा कुछ नहीं, करदा सब कुछ है। समझ बाबे नूं। गुरु अमरदास जी नूं इशनान कराउण वेले चौंकी दा पावा टुटना, बीबी भानी दा हथ दे के बचाउणा भी 100% गलत है। पहली गल, बीबी भानी उत्थे की करदी सी? तुसीं कदी पिता दे नहाउण ते अंदर गुसलखाने बाथरूम गए हो? कुड़ी दा उत्थे की काम सी? बीबी भानी नूं पता सी कि पावा टुटण वाला है, तो चौंकी पहलां ही बदल देनी सी। जे टुट गया सी तो बिजली की तरह तेज बीबी भानी ने हथ भी दे दिता तीसरे पातशाह नूं। सतगुरु मेरे सच्चा साज नूं पता ही ना लगा कि पावा टुट गया। तो बीबी भानी थले हथ दे ही बैठी है, तो हथ लहू लुहान हो गया। बीबी भानी सूक्ष्म सी, गुरु साहब नूं दिसी ना। तो जे सूक्ष्म सी तो लहू कित्थों आ गया? गुरु साहब स्थूल नूं देख ही नहीं सके। धन है तेरी साखी, साखी कर।
ਬ੍ਰਾਹਮਣਾ ਤੂੰ ਸਾਰੇ ਗੁਰੂਆਂ ਨੂੰ ਆਪਣੇ ਵਰਗਾ ਅੰਨਾ ਹੀ ਸਮਝ ਲਿਆ, ਅੰਧੇ ਗੂੰਗੇ ਅੰਧ ਆਧਾਰ, ਤੂੰ ਤਾਂ ਹੈ ਸਾਡਾ ਗੁਰੂ ਨਹੀਂ। ਨਾ ਚੌਂਕੀ ਟੁੱਟੀ, ਨਾ ਬੀਬੀ ਭਾਨੀ ਨੇ ਹੱਥ ਦਿੱਤਾ, ਨਾ ਵਰ ਮੰਗਿਆ ਤੇ ਨਾ ਵਰ ਸਰਾਪ ਹੋ ਕੇ ਨਿਕਲਿਆ। ਕੋਈ ਐਸੀ ਗੱਲ ਹੀ ਨਹੀਂ। ਸੱਚਖੰਡ ਤੋਂ ਜੀਵਨ ਜਾਚ ਉਲੀਕ ਕੇ ਆਏ ਸੀ ਤੇ ਉਸ ਵਿੱਚ ਸ਼ਹੀਦੀ ਮੇਰੀ ਪੀਰੀ ਭਗਤੀ ਸ਼ਕਤੀ ਦੀ ਖੇਡ ਸੀ। ਨਾ ਕਿਸੇ ਨੂੰ ਵਰ ਸੀ ਨਾ ਸਰਾਪ, ਫਿੱਕਾ ਬੋਲ ਹੀ ਨਹੀਂ ਸੀ, ਬਹੁਤ ਮਿਠਾਸ ਸੀ ਬੋਲ ਵਿੱਚ। ਅੰਮ੍ਰਿਤਸਰ ਦੀ ਸਾਖੀ ਸੁਣੋ। ਹੁਣ ਵੀ RSS ਵਾਲੇ ਕਹਿੰਦੇ ਹਨ ਕਿ ਉਹ ਅੰਮ੍ਰਿਤ ਉਹੀ ਸੀ ਜੋ ਦੇਵਤਿਆਂ ਤੇ ਰਾਖਸ਼ਾਂ ਵਿੱਚ ਲੜਾਈ ਹੋਣ ਤੇ ਡੁੱਲ ਗਿਆ ਸੀ। ਇੱਥੇ ਅੰਮ੍ਰਿਤਸਰ ਉਹੀ ਅੰਮ੍ਰਿਤ ਹੈ ਜੋ ਸਮੁੰਦਰ ਰਿੜ ਕੇ ਕੱਢਿਆ ਸੀ। ਤੇ ਸਾਖੀ ਸੁਣੋ ਪਿੰਗਲੇ ਦੀ ਤੇ ਰਾਜੇ ਦੀ ਬੇਟੀ ਬੀਬੀ ਰਜਨੀ ਦੀ। ਉਹ ਕੋੜਾ ਸੀ, ਇੱਥੇ ਠੀਕ ਹੋ ਗਿਆ। ਕਾਂ ਨਹਾ ਕੇ ਹੰਸ ਬਣ ਕੇ ਨਿਕਲ ਰਹੇ ਸਨ। ਹੁਣ ਸ਼ਕਤੀ ਖਤਮ ਹੋ ਗਈ। ਤਲਵੰਡੀ ਬਾਦਲ ਤੇ ਬਾਦਲ ਦੀ ਵਜ਼ਾਰਤ ਨੂੰ ਨਿਭਾ ਦਿਓ, ਹੰਸ ਹੋ ਜਾਣ। ਤਾਂ ਵੀ ਰੱਬ ਦੇ ਬਣਾਏ ਤੇ ਹੰਸ ਵੀ, ਕਾਂ ਵੀ ਤੇ ਰੱਬ ਦੇ ਬਣਾਏ ਹੰਸ ਵੀ। ਹੰਸ ਬਣਾਉਂਦਾ ਹੀ ਨਾ, ਕਾਂ ਬਣਾ ਦਿੰਦਾ ਤੇ ਕਹਿੰਦਾ ਅੰਮ੍ਰਿਤਸਰ ਇਸ਼ਨਾਨ ਕਰੀ ਤੂੰ ਹੰਸ ਹੋ ਜਾਏਗਾ। ਇੱਥੋਂ ਦਾ ਭਾਈ ਤਾਂ ਕੋਈ ਹੰਸ ਨਹੀਂ ਹੋਇਆ, ਕੋਈ ਰਾਗੀ ਹੰਸ ਨਹੀਂ ਹੋਇਆ। ਸਾਰੇ ਕਾਂ ਦੇ ਕਾਂ, ਵਿਚਾਰੇ ਕਾਂ ਹੀ ਰਹਿ ਗਏ। ਅਕਾਲੀ ਲੀਡਰ ਇਸ਼ਨਾਨ ਕਰ ਲੈਂਦੇ, ਵਿਚਾਰੇ ਹੰਸ ਹੋ ਜਾਂਦੇ, ਉਹ ਕਾਂ ਹੀ ਰਹਿ ਗਏ। ਕਾਂ ਇੱਕ ਵਿਕਾਰੀ ਸੁਰਤੀ ਦਾ ਨਾਂ ਹੈ। ਹੰਸ ਵਿੱਚ ਦੈਵੀ ਗੁਣਾਂ ਵਾਲੇ ਜੀਵਨ ਦਾ ਨਾਂ ਹੈ। ਸੋ ਆਪਾਂ ਬਾਬਾ ਫਰੀਦ ਜੀ ਦੀ ਫੋਟੋ ਵੀ ਲਾ ਦਿੱਤੀ। ਇਹ ਕਾਂ ਮੇਰੀਆਂ ਅੱਖਾਂ ਨਾ ਨੋਚੀ, ਮੈਂ ਅਜੇ ਰੱਬ ਦੇ ਦੀਦਾਰ ਕਰਨੇ ਹਨ। ਜੇ ਇਹੋ ਹੀ ਗੱਲ ਹੈ ਸਾਰੇ ਭਗਤਾਂ ਤੇ ਗੁਰਬਾਣੀ ਦੇ ਆਸ਼ੇ ਦਾ, ਤਾਂ ਭਗਤੀ ਕਰਨ ਦੀ ਲੋੜ ਹੀ ਕੀ ਹੈ। ਜੇ ਕਾਵਾਂ ਨਹੀਂ ਠੂੰਗੇ ਮਾਰਨੇ ਹਨ ਸਰੀਰ ਦੇ, ਤਾਂ ਲੋੜ ਕੀ ਹੈ ਭਗਤੀ ਦੀ। ਮੂਰਖਾ ਵਿਕਾਰੀਆ, ਤੈਨੂੰ ਸਮਝਾ ਰਹੇ ਹਨ ਕਿ ਤੇਰੇ ਅੰਦਰ ਵਿਕਾਰ ਇੰਨੇ ਆ ਜਾਣ, ਇੰਨੇ ਨਾ ਆ ਜਾਣ ਕਿ ਰੱਬ ਹੁੰਦਾ ਹੋਇਆ ਵੀ ਰੱਬ ਦੇ ਦਰਸ਼ਨ ਨਾ ਕਰ ਸਕੇ। ਗੁਰੂ ਸਾਰੀ ਸ੍ਰਿਸ਼ਟੀ ਦਾ ਕਰਤਾ, ਜਿੱਥੇ ਉਹ ਪੈਰ ਰੱਖਦਾ ਧਰਤੀ ਪਵਿੱਤਰ ਹੋ ਜਾਂਦੀ ਹੈ। ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਸਾਤ ਧਰਤੀ ਪਈ ਹਰਿਆਵਲੀ। ਜਿੱਥੇ ਮੇਰਾ ਸਤਿਗੁਰੂ ਬੈਠਾ ਹੋਏ ਉੱਥੇ ਅੰਮ੍ਰਿਤ ਵੰਡੀਏ। ਅੰਮ੍ਰਿਤ ਦਾ ਸਰੋਵਰ ਸੀ ਬਾਬਾ, ਸਮੁੰਦਰ ਸੀ, ਅੰਮ੍ਰਿਤ ਦਾ ਝਰਨਾ ਸੀ, ਅੰਮ੍ਰਿਤ ਦਾ। ਤੂੰ ਇੱਕ ਅੰਮ੍ਰਿਤਸਰ ਨੂੰ ਕਹਿ ਰਿਹਾ ਕਿ ਬਾਬਾ ਸ਼ੇਰ ਦੁਨੀਆ ਦੇ ਅੰਦਰੋਂ ਅੰਮ੍ਰਿਤ ਦੇ ਚਸ਼ਮੇ ਚਲਾ ਸਕਦਾ ਹੈ। ਇੱਕ ਕੋੜੀ ਕੀ ਹਜ਼ਾਰਾਂ ਕੋੜੀ ਠੀਕ ਕਰ ਸਕਦੇ ਹਨ ਜੇ ਨੀਅਤ ਰਾਸ ਕਰੇ ਤਾਂ। ਹਿੰਦੂਓ, ਇਹ ਅੰਮ੍ਰਿਤ ਤੁਹਾਡਾ ਨਹੀਂ ਹੈ, ਅੰਮ੍ਰਿਤਸਰ ਤੁਹਾਡਾ ਨਹੀਂ ਹੈ। ਨਾ ਤੁਹਾਡੇ ਪਿਓ ਦਾਦੇ ਦੀ ਕਾਢ ਹੈ, ਨਾ ਹੀ ਤੁਸੀਂ ਸਮਰੱਥ ਹੋ, ਨਾ ਹੀ ਤੁਹਾਡੇ ਕੋਈ ਵੱਡੇ ਵਡੇਰੇ ਇਹੋ ਜਿਹਾ ਸਰੋਵਰ ਬਣਾ ਸਕਦੇ ਹਨ। ਸ਼ਿਵ ਜੀ, ਬ੍ਰਹਮਾ, ਵਿਸ਼ਨੂੰ, ਇੰਦਰ, ਰਾਮ, ਕ੍ਰਿਸ਼ਨ ਤਾਂ ਇਹ ਸਰੋਵਰ 'ਚ ਇਸ਼ਨਾਨ ਦੀ ਤਾਂਘ ਕਰ ਰਹੇ ਹਨ। ਚਰਨ ਧੂੜ ਗੁਰਸਿੱਖਾਂ ਦੀ ਲੈਂਦੇ ਹਨ ਕਿ ਅਸੀਂ ਵੀ ਗੁਰੂ ਨਾਨਕ ਦੇ ਘਰ ਜਨਮ ਲੈ ਕੇ ਗੁਰੂ ਸਾਹਿਬ ਕੋਲੋਂ ਅੰਮ੍ਰਿਤ ਦੀ ਦਾਤ ਲਈਏ ਤੇ ਅੰਮ੍ਰਿਤ ਦੇ ਸਰੋਵਰ ਵਿੱਚ ਇਸ਼ਨਾਨ ਕਰੀਏ। ਇਹ ਤਾਂ ਪਾਣੀ ਦਾ ਸਰੋਵਰ ਹੈ, ਮਨਮੁਖ ਦੀ ਤਾਂਘ ਹੈ ਪਾਣੀ ਵਿੱਚ ਨਹਾਉਣ ਦੀ, ਗੁਰਮੁਖ ਦੀ ਨਹੀਂ। ਉਹ ਅੰਮ੍ਰਿਤ ਦੇ ਸਰੋਵਰ ਵਿੱਚ ਇਸ਼ਨਾਨ ਕਰਦਾ ਹੈ। ਅਸਮਾਨ ਮਿਆਨੇ ਲਹਿੰਗ ਦਰਿਆ ਗੁਸਲ ਕਰਤਨ ਬੂਟ। ਦਸਮ ਦੁਆਰ ਵਿੱਚ ਅੰਮ੍ਰਿਤ ਦਾ ਦਰਿਆ ਠਾਠਾਂ ਮਾਰ ਰਿਹਾ, ਉੱਥੇ ਇਸ਼ਨਾਨ ਕਰਦਾ ਹੈ। ਸਿੱਖ ਪਾਣੀ ਦੇ ਇਸ਼ਨਾਨ ਨੂੰ ਪਵਿੱਤਰ ਹੋਣਾ ਨਹੀਂ ਮੰਨਦਾ। ਆਤਮਾ ਪਵਿੱਤਰ ਕਰਨੀ ਹੈ, ਨਾ ਕਿ ਸਰੀਰ। ਮਨ ਪਵਿੱਤਰ ਕਰਨਾ ਹੈ, ਨਾ ਕਿ ਸਰੀਰ। ਪਾਣੀ ਨਾਲ ਮਿੱਟੀ ਸਰੀਰ ਸਾਫ਼ ਹੁੰਦਾ ਹੈ, ਅੰਮ੍ਰਿਤ ਨਾਲ ਰੱਬ ਆਤਮਾ ਪਵਿੱਤਰ ਹੁੰਦੀ ਹੈ। ਤੂੰ ਕਹਿੰਦਾ ਸਿੱਖ ਹਿੰਦੂਆਂ ਵਿੱਚੋਂ ਆਏ, ਰੱਬ ਕਹਿੰਦਾ ਹੈ ਹਿੰਦੂ ਅੰਨੇ ਬੋਲੇ ਗੂੰਗੇ ਮੂਰਖ ਪੱਥਰ ਪੂਜ ਦਾ ਨਾਂ ਹੈ। ਤੂੰ ਪਹਿਲਾਂ ਸਿੱਖ ਸੀ, ਸਾਰੀ ਦੁਨੀਆ ਸਿੱਖ ਸੀ। ਸਿੱਖ ਕੁਰੈਤ ਕਰਦਾ ਗਿਆ, ਦਾੜੀ ਮੁੰਦਾ ਗਿਆ, ਕੇਸ ਮੁੰਨ ਲੈ, ਸ਼ੇਵ ਕਰ ਲਈ, ਹੇਅਰ ਕੱਟ ਕਰਾ ਲਿਆ, ਕੰਨਾਂ 'ਚ ਮੁੰਦਰੀਆਂ ਪਾ ਲਈਆਂ। ਰੱਬ ਨੇ ਹਿੰਦੂ ਬਣਾ ਕੇ ਕਿਹਾ। ਤੈਨੂੰ ਸਾਰੀ ਉਮਰ ਹੁਣ ਸਮਝ ਨਹੀਂ ਆ ਸਕਦੀ। ਜੇ ਤੈਨੂੰ ਰੱਬ ਦੀ ਸਮਝ ਆ ਸਕਦੀ ਤਾਂ ਸਾਹਮਣੇ ਦੱਸ। ਹਿੰਦੂ ਸਿੱਖ ਦਾ ਵਿਗੜਿਆ ਰੂਪ ਹੈ। ਸਿੱਖ ਹਿੰਦੂਆਂ ਵਿੱਚੋਂ ਨਹੀਂ ਆਏ, ਹਿੰਦੂ ਸਿੱਖ ਦਾ ਵਿਗੜਿਆ ਰੂਪ ਹੈ। ਜੇ ਤੈਨੂੰ ਰੱਬ ਦੀ ਸਮਝ ਹੈ ਤੇ ਆ ਸਾਹਮਣੇ ਦੱਸ ਕੀ ਸਮਝ ਹੈ। ਤੂੰ ਟਾਇਰ ਪਾ ਕੇ ਸਾੜ ਦਿੱਤਾ, ਪੈਟਰੋਲ ਪਾ ਕੇ ਸਾੜ ਦਿੱਤਾ, ਘਰ ਲੁੱਟ ਸਕਦੇ ਹੈ। ਕਿਉਂਕਿ ਹਿੰਦੂ ਦਾ ਅਰਥ ਹੀ ਚੋਰ ਹੈ। ਅਸੀਂ ਚੋਰ ਨਹੀਂ, ਨਾ ਚੋਰਾਂ ਵਿੱਚੋਂ ਆਏ ਹਾਂ। ਤੁਸੀਂ ਕਮੀਨੀਆਂ, ਵਿਕਾਰੀ, ਗੰਦੀਆਂ ਹਰਕਤਾਂ ਕਰਕੇ, ਆਦਤਾਂ ਕਰਕੇ ਹਿੰਦੂ ਬਣੇ ਹੋ। ਅਸੀਂ ਰੱਬ ਦੇ ਪੁੱਤਰ, ਗੁਰੂ ਨਾਨਕ ਦੇ ਪੁੱਤਰ, ਦਸ਼ਮੇਸ਼ ਦੇ ਪੁੱਤਰ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ। ਸਾਡਾ ਅੱਜ ਵੀ ਕਨੈਕਸ਼ਨ ਸੱਚਖੰਡ ਨਾਲ ਹੈ, ਰੱਬ ਨਾਲ ਹੈ। ਤੂੰ ਸਾਨੂੰ ਆਪਣੇ ਵਰਗਾ ਹੀ ਸਮਝਦਾ ਹੈ। ਹਰ ਕੇ ਨਾਮ ਬਿਨਾ ਸੁੰਦਰ ਹੈ ਨਕਟੀ, ਜੋ ਬੇਸਵਾ ਕੇ ਘਰ ਪੂਤ ਜੰਮਤ ਹੈ, ਤਿਸ ਨਾਮ ਪਰਿਓ ਹੈ ਤਰੱਕੀ। ਆਰਾਮ ਦਾ ਤੂੰ ਕੋਈ ਨਾਮ ਦੀ ਦਾਤ ਨਹੀਂ ਲਈ, ਅਸਲੀ ਪਿਓ ਦੇ ਨਾਂ ਦਾ ਪਤਾ ਨਹੀਂ ਤੇ ਕੰਪੇਅਰ ਸਾਡੇ ਨਾਲ ਕਰਦਾ ਹੈ। ਤੂੰ ਮਾਇਆ ਦਾ ਪੁਤਲਾ, ਅਕਲ ਦਾ ਅੰਨਾ, ਗੱਲਾਂ ਕੀ ਕਰ ਰਿਹਾ। ਤੈਨੂੰ ਬੰਦੇ ਵਿੱਚ ਰੱਬ ਨਜ਼ਰ ਨਹੀਂ ਆਉਂਦਾ ਤਾਂ ਰੱਬ ਕਿੱਥੋਂ ਨਜ਼ਰ ਆ। ਪੱਥਰ ਪੂਜ ਹੈ, ਲਿੰਗ ਪੂਜ ਹੈ, ਬੰਦੇ ਨੂੰ ਪੂਜਣ ਵਾਲਾ। ਤੇਰਾ ਸਾਡਾ ਕੀ ਮੁਕਾਬਲਾ ਹੈ। ਆਪਣੀ ਔਕਾਤ ਤਾਂ ਪਛਾਣ।
ਤੈਨੂੰ ਹਿੰਦੂ ਬਣਾਇਆ ਹੀ ਇਸੇ ਕਰਕੇ ਹੈ ਕਿ ਤੂੰ ਰੱਬ ਵੱਲੋਂ ਧਰਕਾਰਿਆ ਹੋਇਆ, ਛੁੱਟਣਾ। ਤੇਰਾ ਕੋਈ ਮਾਲਕ ਨਹੀਂ, ਬੰਦੇ ਦੀ ਪੂਜਾ ਕਰਦਾ ਰਹੇਗਾ, ਕੁਦਰਤ ਦੀ ਪੂਜਾ ਕਰਦਾ ਰਹੇਗਾ, ਤੈਨੂੰ ਕਦੀ ਵੀ ਰੱਬ ਪ੍ਰਕਾਸ਼ ਦੀ ਸੋਝੀ ਨਹੀਂ ਦੇਗਾ, ਤੈਨੂੰ ਕਦੀ ਵੀ ਅੰਦਰੋਂ ਪ੍ਰਕਾਸ਼ ਨਹੀਂ ਹੋਏਗੀ, ਕਦੀ ਵੀ ਰੱਬ ਨੂੰ ਨਹੀਂ ਮਿਲ ਸਕਦਾ। ਪੇੜ ਪੂਜਾ, ਤੁਲਸੀ ਪੂਜਾ, ਕੇਲੇ ਦੀ ਪੂਜਾ, ਪਿੱਪਲ ਦੀ ਪੂਜਾ ਕਰਦਾ ਰਹੀ ਤੇ ਈਰਖਾ ਨਾਲ ਸੜਿਆ ਰਹੀ। ਅੱਗੇ ਦੇਖੀ ਤੈਨੂੰ ਧਰਮਰਾਜ ਕਿਵੇਂ ਸਾੜਦਾ ਹੈ, ਬਰਾਬਰੀ ਕਰਦਾ ਗੁਰਸਿੱਖਾਂ ਦੀ। ਤੇਰੇ ਹੱਥ ਰਾਜ ਆਇਆ, ਕੋਈ ਭਲਾ ਸੋਚ, ਰੱਬ ਤੇਰੇ ਕੋਲੋਂ ਰਾਜ ਖੋਹਣ ਹੀ ਵਾਲਾ। ਦਰਬਾਰ ਸਾਹਿਬ ਅੰਮ੍ਰਿਤਸਰ ਦੀ ਨੀਂਹ ਰੱਖਣ ਵਾਲੇ ਸਾਈਂ ਮੀਆਂ ਮੀਰ ਤੋਂ ਰਖਵਾਈ। ਉਹ ਅੰਮ੍ਰਿਤਧਾਰੀ ਗੁਰਸਿੱਖ ਸੀ, ਸਿੱਖਾਂ ਨੂੰ ਅਕਲ ਆ ਹੀ ਨਹੀਂ ਸਕਦੀ, ਉਸ ਨੂੰ ਅਜੇ ਵੀ ਮੁਸਲਮਾਨ ਕਹੀ ਜਾ ਰਹੇ ਹਨ। ਉਹਦੀ ਤਸਵੀਰ ਦੇਖੋ, ਸਾਬਤ ਸੂਰਤ ਹੈ। ਦੂਸਰਾ, ਉਦੋਂ ਖੰਡੇ ਦਾ ਬਾਟੇ ਦਾ ਅੰਮ੍ਰਿਤ ਨਹੀਂ ਸੀ, ਉਸ 'ਤੇ ਚਰਨ ਪੌਲ ਪੰਜਵੇਂ ਪਾਤਸ਼ਾਹ ਤੋਂ ਲਈ ਸੀ। ਕੀ ਗੁਰੂ ਨਾਨਕ ਨੇ ਸਿੱਖ ਨਹੀਂ ਸਿਖਾਏ? 3 ਕਰੋੜ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਹੈ, ਪੌਲ ਦਿੱਤੀ ਹੈ। ਪੌਲ ਤੇ ਅੰਮ੍ਰਿਤ ਇੱਕੋ ਹੀ ਚੀਜ਼ ਹੈ, ਕੋਈ ਫਰਕ ਨਹੀਂ। ਉਹ ਦਸਮ ਦੁਆਰੀ ਸੱਚਖੰਡ ਜਾਣ ਵਾਲਾ ਗੁਰੂ ਸਾਹਿਬ ਦਾ ਆਨੰਦ ਸਿੱਖ ਸੀ, ਅਸੀਂ ਮੁਸਲਮਾਨ ਕਹੀ ਜਾ ਰਹੇ ਹਾਂ। ਮੂਰਖ ਇੱਕ ਦਰਜੇ ਦੇ ਹਾਂ, ਸਿੱਖੀ ਦੀ ਸਮਝ ਹੀ ਕੋਈ ਨਹੀਂ। ਹਿੰਦੂਆਂ ਦੀ ਤਰ੍ਹਾਂ ਪੈਸੇ ਦੀ ਭੁੱਖ ਭਾਵੇਂ ਮੜੀ ਮਸਾਣੀ ਨਾ ਪੂਜਣੀ ਪਵੇ। ਅੱਜ ਦੇ ਅਕਾਲੀ ਧਰਮ ਪੱਖੋਂ ਸਿਆਣੇ ਨਹੀਂ ਹਨ। ਸਾਈਂ ਮੀਆਂ ਮੀਰ ਬਾਰੇ, ਸਾਈਂ ਮੀਆਂ ਮੀਰ ਸੁਰਤੀ ਲਾ ਕੇ ਸੱਚਖੰਡ ਪਹੁੰਚਣ ਵਾਲਾ ਗੁਰਸਿੱਖ ਸੀ। ਜਦੋਂ ਪੰਜਵੇਂ ਪਾਤਸ਼ਾਹ ਨੂੰ ਤਤੀ ਤਵੀ 'ਤੇ ਬਿਠਾ ਕੇ ਸ਼ਹੀਦ ਕੀਤਾ, 6ਵੇਂ ਪਾਤਸ਼ਾਹ ਨੂੰ ਗਵਾਲੀਅਰ ਦੇ ਕਿਲ੍ਹੇ 'ਚ ਬੰਦ ਕੀਤਾ ਤਾਂ ਜਹਾਂਗੀਰ ਨੂੰ ਨੀਂਦ ਨਹੀਂ ਆ ਰਹੀ ਸੀ। ਬਹੁਤ ਸ਼ਰਾਬ ਪੀਣ ਲੱਗ ਪਿਆ, ਰਾਤੀ ਉੱਠ ਕੇ ਬੜਬਾਉਂਦਾ ਸੀ। ਜਹਾਂਗੀਰ ਦੀ ਵਹੁਟੀ ਨੂਰ ਜਹਾਂ ਸਾਈਂ ਮੀਆਂ ਮੀਰ ਦੀ ਉਪਾਸਕ ਸੀ। ਰਾਜੇ ਨੂੰ ਨਾਲ ਲੈ ਕੇ ਸਾਈਂ ਮੀਆਂ ਮੀਰ ਕੋਲ ਆਈ ਤੇ ਕਿਹਾ ਕਿ ਰਾਜੇ ਨੂੰ ਨੀਂਦ ਨਹੀਂ ਆਉਂਦੀ ਤੇ ਰਾਤੀ ਬੁੜਬੜਾ ਕੇ ਉੱਠਦੇ ਹਨ, ਕੋਈ ਬ੍ਰਹਮ ਗਿਆਨੀ ਦੱਸੋ ਜੋ ਰਹਿਮਤ ਕਰ ਦੇਵੇ। ਸਾਈਂ ਮੀਆਂ ਮੀਰ ਨੇ ਜਵਾਬ ਦਿੱਤਾ, ਬ੍ਰਹਮ ਗਿਆਨੀ ਇੱਕ ਸੀ ਜਿਸ ਨੂੰ ਤੁਸੀਂ ਤਤੀ ਤਵੀ 'ਤੇ ਬਿਠਾ ਦਿੱਤਾ, ਦੂਸਰਾ ਬ੍ਰਹਮ ਗਿਆਨੀ ਹੈ ਜਿਸ ਨੂੰ ਤੁਸੀਂ ਗਵਾਲੀਅਰ ਦੇ ਕਿਲ੍ਹੇ 'ਚ ਕੈਦ ਕੀਤਾ। ਤੋ ਰਾਜੇ ਨੇ ਪੁੱਛਿਆ, ਇਸ ਦਾ ਕੋਈ ਸਬੂਤ? ਤਾਂ ਮੀਆਂ ਮੀਰ ਜੀ ਨੇ ਕਿਹਾ, ਜਦੋਂ ਮੈਂ ਸੁਰਤੀ ਲਾ ਕੇ ਸੱਚਖੰਡ ਪਹੁੰਚਦਾ ਹਾਂ ਤਾਂ ਦੇਖਦਾ ਹਾਂ ਕਿ ਰੱਬ ਦੀ ਗੱਦੀ 'ਤੇ ਬਿਰਾਜਮਾਨ ਇਹੀ ਹਨ। ਤੋ ਪਹਿਲੀਆਂ 5 ਪਾਤਸ਼ਾਹੀ ਤੇ 6ਵੀਂ ਇਹ ਤੇ ਸੁਰਤੀ ਲਾ ਕੇ ਦਿਖਾਈ। ਉਹਨਾਂ ਨੂੰ ਯਕੀਨ ਆ ਗਿਆ। ਫਿਰ ਬਾਦਸ਼ਾਹ ਨੇ ਸਵਾਲ ਕੀਤਾ, ਜਿਸ ਦੇ ਪਿਤਾ ਨੂੰ ਮੈਂ ਤਤੀ ਤਵੀ 'ਤੇ ਬਿਠਾਇਆ ਹੋਵੇ, ਉਸ ਦੇ ਪੁੱਤਰ ਨੂੰ ਮੈਂ ਕੈਦ ਕੀਤਾ ਹੈ, ਤੇ ਕੀ ਉਹ ਮੈਨੂੰ ਮਾਫ਼ ਕਰ ਦੇਣਗੇ? ਸਾਈਂ ਮੀਆਂ ਜੀ ਨੇ ਕਿਹਾ, ਇਹੋ ਹੀ ਬ੍ਰਹਮ ਗਿਆਨੀ ਤੇ ਆਮ ਸੰਤ 'ਚ ਫਰਕ ਹੈ। ਸੱਚੇ ਦਿਲੋਂ ਠੀਕ ਭਾਵਨਾ ਨਾਲ ਚਰਨੀ ਲੱਗਣ ਨਾਲ ਬ੍ਰਹਮ ਗਿਆਨੀ ਮਾਫ਼ ਕਰ ਦਿੰਦਾ ਹੈ। ਬ੍ਰਹਮ ਗਿਆਨੀ ਪਿਛਲਾ ਅਤਿਆਚਾਰ, ਪਿਛਲਾ ਕੀਤਾ ਪਾਪ ਨਹੀਂ ਚਿਤਾਰਦਾ, ਸਗੋਂ ਪਿਛਲੇ ਪਾਪ ਧੋ ਕੇ ਪਵਿੱਤਰ ਬਣਾ ਦਿੰਦਾ ਹੈ। ਸੋ ਆਪ ਚਾਬੀ ਲਈ, ਕਮਰਾ ਖੋਲ੍ਹਣ ਤੇ ਚਰਨੀ ਢਹਿ ਪਈ ਤੇ ਮਾਫ਼ੀ ਮੰਗੀ। ਇਹ ਪੱਖ ਕਿਸੇ ਇਤਿਹਾਸਕਾਰ ਨੇ ਨਹੀਂ ਲਿਖਿਆ, ਨਾ ਹੀ ਮੀਡੀਆ ਨੇ ਪ੍ਰਚਾਇਆ। ਚਰਨੀ ਢਹਿਣ ਤੋਂ ਬਗੈਰ ਕਿਵੇਂ ਮਾਫ਼ ਹੋਇਆ? ਸਾਰੀ ਸ੍ਰਿਸ਼ਟੀ ਦਾ ਕਰਤਾ ਰਾਜੇ ਤੋਂ ਡਰਦਾ। ਫਿਰ ਸਾਈਂ ਮੀਆਂ ਮੀਰ ਜੀ ਦਾ ਸਮਝਾ ਕੇ ਭੇਜਿਆ ਹੋਇਆ ਸੀ, ਫਿਰ ਆਪਣੀ ਲੋੜ ਨੂੰ ਗਿਆ ਸੀ, ਆਪਣੀ ਤਕਲੀਫ ਨੂੰ ਗਿਆ ਸੀ, ਚਰਨੀ ਕਿਉਂ ਨਾ ਢਹਿੰਦਾ? ਤਾਂ ਰਾਜੇ ਨੇ ਬਿਲਕੁਲ ਇਸੇ ਤਰ੍ਹਾਂ ਕੀਤਾ। ਚਾਬੀ ਲਈ, ਇਕੱਲਾ ਆਪ ਉਸ ਕੈਦ ਵਾਲੇ ਕਮਰੇ 'ਚ ਗਿਆ, ਆਪ ਜਿੰਦਰਾ ਖੋਲ੍ਹਿਆ ਤੇ ਚਰਨੀ ਢਹਿ ਪਿਆ। ਮਾਫ਼ੀ ਮੰਗੀ, ਗੁਰੂ ਸਾਹਿਬ ਨੇ ਮਾਫ਼ ਕਰਤਾ, ਆਪ ਨਾਲ ਲਿਆਇਆ ਤੇ ਪੰਜਾਬ ਤੱਕ ਛੱਡ ਕੇ ਗਿਆ। ਉਸ ਦੀ ਉਦਾਹਰਣ ਮਿਲਦੀ ਹੈ ਜਦੋਂ ਘਈ ਨੇ ਮੱਥਾ ਟੇਕ ਕੇ ਕਿਹਾ ਸੀ ਕਿ ਸੱਚੇ ਪਾਤਸ਼ਾਹ ਭਵਜਲ 'ਚੋਂ ਬਾਂਹ ਫੜਨੀ। ਜਹਾਂਗੀਰ ਨੂੰ ਸਮਝ ਆ ਗਈ, ਮੈਂ ਪਾਤਸ਼ਾਹ ਜ਼ਰੂਰ ਹਾਂ, ਸੱਚੇ ਪਾਤਸ਼ਾਹ ਨਹੀਂ। ਤੇ ਛੋਟੇ ਜਿਹੇ ਗਰੀਬੜੇ ਦੀ ਭਵਜਲ ਵਿੱਚ ਬਾਂਹ ਨਹੀਂ ਫੜ ਸਕਦਾ। ਤੇ ਇਹ ਅਗਲੀਆਂ ਸੂਖਸ਼ਮ ਗੱਲਾਂ ਹਨ। ਤੇ ਇਹ ਸੱਚੇ ਪਾਤਸ਼ਾਹ ਹੀ ਫੜ ਸਕਦਾ, ਮੈਂ ਨਹੀਂ। ਤੇ ਉਸਨੇ ਨਾਲ ਦੇ ਟੈਂਟ ਵਿੱਚ ਭੇਜ ਦਿੱਤਾ। ਗੁਰੂ ਸਾਹਿਬ ਨੇ 21 ਕੋਲਾਂ ਤਰ ਜਾਣਗੀਆਂ ਦੀ ਅਸੀਸ ਦਿੱਤੀ। ਬਾਦਸ਼ਾਹ ਨਾਲ ਕੀ ਕਰਦਾ ਸੀ? ਸਤਿਕਾਰ ਵਜੋਂ ਪੰਜਾਬ ਤੱਕ ਛੱਡਣ ਆਇਆ ਸੀ ਤੇ ਭੁੱਲ ਬਖਸ਼ਾਈ ਸੀ। ਅਕਿਰਤ ਘਣਾ ਦੀ ਸਾਖੀ, ਇੱਥੇ ਹੀ ਹਿੰਦੂਆਂ ਦੇ ਰਾਜੇ ਜਹਾਂਗੀਰ ਨੇ ਕੈਦ ਕੀਤੇ ਹੋਏ ਸਨ। ਗੁਰੂ ਪਾਤਸ਼ਾਹ ਦੀਆਂ ਬਹੁਤ ਮਿੰਨਤਾਂ ਕੀਤੀਆਂ। ਗੁਰੂ ਸਾਹਿਬ ਨੇ ਜਹਾਂਗੀਰ ਨੂੰ ਫਰਮਾਇਆ ਕਿ ਇਹ ਉਹ ਕੈਦੀਆਂ ਰਾਜਿਆਂ ਨੂੰ ਮਾਫ਼ ਕਰ ਦੇਵੇ ਤੇ ਰਿਹਾਈ ਕਰ ਦੇਵੇ। ਜਹਾਂਗੀਰ ਨੇ ਕਿਹਾ, ਜਿਹੜਾ ਤੁਹਾਨੂੰ ਫੜ ਕੇ ਨਿਕਲ ਜਾਏਗਾ ਛੱਡ ਦਿਆਂਗਾ। ਗੁਰੂ ਸਾਹਿਬ ਨੇ ਚੋਲਾ ਹੀ 52 ਕਲੀਆਂ ਵਾਲਾ ਬਣਵਾਇਆ ਤੇ ਸਾਰੇ ਰਿਹਾ ਕਰਵਾ ਦਿੱਤੇ। ਤੇ ਇਹਨਾਂ ਰਾਜਿਆਂ ਨੇ ਦੇ ਪੁੱਤਰਾਂ ਨੇ ਅਨੰਦਪੁਰ ਸਾਹਿਬ ਤੇ ਪੌਂਟਾ ਸਾਹਿਬ 'ਤੇ ਹਮਲਾ ਕੀਤਾ ਸੀ ਤੇ ਮੁਸਲਮਾਨਾਂ ਨਾਲ ਮਿਲ ਕੇ ਕਿਲ੍ਹੇ ਨੂੰ ਘੇਰਿਆ ਸੀ। ਇਹ ਉਹੀ ਰਾਜੇ ਹਨ। ਤੂੰ ਅੱਜ ਫਿਰ ਇਹਨਾਂ 'ਤੇ ਯਕੀਨ ਕਰ ਰਿਹਾ। ਇਸੇ ਤਰ੍ਹਾਂ ਘੇਰ ਕੇ ਮਾਰਨਗੇ ਸਿੱਖੀ ਨੂੰ ਤੇ ਮਾਰ ਹੀ ਰਹੇ ਹਨ। ਇਹ ਹਨ ਅਸਲ ਅਕਿਰਤ ਕੰਤਾ। ਜਿਸ ਨੇ ਬਚਾਇਆ ਉਸੇ ਨੂੰ ਮਾਰਨ ਲਈ ਹਮਲਾ ਕੀਤਾ, ਨਹੀਂ ਤਾਂ ਜੇਲ੍ਹ ਵਿੱਚ ਹੀ ਸੜ ਖੱਪ ਜਾਣੇ ਸਨ। ਕਿਸ ਨੇ ਛਡਾਉਣਾ ਹੀ ਨਹੀਂ ਸੀ। ਤੁਸੀਂ ਵੀ ਕਰ ਲਓ ਪਰਉਪਕਾਰ। 1984 ਵਿੱਚ ਮਰਿਆਂ ਦੀ ਕੌਮ ਨੇ ਸੇਵਾ ਨਹੀਂ ਕੀਤੀ।
साडे बच्चे अजे रुल रहे, साड़ियां जनानियां रुल रही। सिखां ने गुजरात लंगर लाए। तो जेड़े कुदरत के मारे दुष्ट मारे वो बंदे ही नहीं, इंसान ही नहीं। सिखा तू भी अकिरत करना, बंदे दे मारे तो परोपकार नहीं करता। जिन्हों कुदरत रब ने आप मारिया दुष्ट होने करके नास्ते उनको उसकी सेवा करना तैयार है, बेअकल ते अकिरत कर। इत्थे एक होर साखी साईं मियाँ मीर जी नाल सहमत है। साईं मियाँ मीर जी अवस्था देख के, इतनी उच्ची अवस्था, दसम द्वार सचखंड के दर्शन सुन के काजी रुस्तम खान की लड़की बीबी कौला साईं मियाँ मीर जी को कहन ते अमृत कहन ते वाहिगुरू का सिमरन करन लग पई, सुरती लगन लग पई। अमृत छक लिया, भी चरण पौल लै लई छेवें पातशाह कोलों, सुरती लाउण लग पई। उसका दसम द्वार खुल गया, सचखंड जान लग। काजी ने एक दिन वाहिगुरू नाम जपदी देख ली तो उसनूं मारन का सोच लिया। तो कौला नट के साईं मियाँ मीर को आ गई। साईं मियाँ मीर ने गुरु पातशाह को भेजती। कौला इत्थे सेवा करती रही तो कौलसर उसकी कुर्बानी देख के ही यादगार बनाई। साडे इतिहासकार ने सिक्खी का इल का ना कुकड़ नहीं आउंदा ते लिखन तुर पै इतिहास साखियां। कौला ने चरण पौल लई सी, अमृत छकिया सी, गुरु पातशाह की पुत्री लगी। वैसे तो सारा संसार ही गुरु साहब दी पुत्रियां हैं, क्योंकि गुरु साहब अपनी क्योंकि गुरु साहब सारी सृष्टि के करता, शरीर नहीं होंगे, पंज भूतक नहीं होंगे। ते जोत रबी प्रकाश, रबी नूर, जिवें प्रकाश अज हैं दसे गुरु अज भी दर्शन होंगे हैं। किहड़े शरीर के दर्शन होंगे? अमरजीत गुरु कांशी दमदमा साहब ने लिखे दिता ना, गुरु कौला नूं उधाल के कढ़ के लै आए। इहो जिहा हरामी नूं सणे परिवार ना उड़ा दिता। आप इसके प्यो का नां पता नहीं होना, मां इसकी चुक के लियांदी होनी है, तो जम्मिया होना तो लिख गुरु साहब नूं रहा। बब्बर खालसा किते मर गया, सारे टब्बर समेत उड़ाया हुंदा, पता लग जाता गुरु साहब के बरखलाफ किवें ते किस दी शह ते लिखी दा। किते समा आया तो दसांगे साखी किवें लिखी दी है। किले पुट्टण की साखी। पंजवें पातशाह का विआह सी, दरखत का किला बना के पुट्टण नूं कहा। गुरु साहब ने किक्कर का दरखत बड़े सहजे ही किले की तरह पुट दिता। की कोई पंज भूतक शरीर किक्कर के दरख्त नूं नेजे नाल पुट सकता है? किक्कर के दरख्त में नेजा ही नहीं खुबदा। जे तुसी शेर दुनिया चो किक्कर का दरख्त पुट के दिखा दो नेजे नाल, ये तो मान तोड़ना सी हंकारियां दा। रब ही सी जिसने सहजे ही पुट दिता। विद्वान पढ़े लिखे मिशनरी करामात नूं नहीं मनते। जिथे दिखाउणी पई उत्थे दिखाई है, पिछे नहीं रहे। असाम ताकत नहीं दिखाई, पहाड़ पंजा ला के खड़ा नहीं किया। नानक झीरा जिथे पानी नहीं सी, बिदर साहब मौ साहब दरख्त नूं उखड़दियां रोकना ते संदूर मंगवा के हरा करना, रीठे का मिठा करना होना। 18 साल बाद पुल टुट गया दिल्ली कैंट का, इत्थे 500 साल हो गए पुल पानी में। हरमंदर साहब टुट गया, ये 1000 साल हरमंदर साहब खड़ा रहना, टुटना नहीं। ये करामात ताकत नहीं? करामात दिखाई है जिथे लोड़ पई है, एवें नहीं। आ हुण अपने कार सेवा हुई है, इन्होंने पिछली कार सेवा 1974 च एक छोटी जी को कंध बनाई सी, उहदे ते झरीट आई हुई है। मेरे पातशाह दे हथ नाल बनाया होया पुल लाइया हुई इट्टां बनाया होया हरमंदर साहब ते झरीट ही नहीं आई। असीं की समझदे गुरु साहब? तो जीवन पूरा गुरु साहबां दा लिख रहा वखरा। याद रखना गुरु पातशाह का सारियां दा इक्को एक विआह है, दो नहीं हैं। दो विआह अयाश करता है गुरसिख नहीं, जां औलाद ना होई होवे तां करता है। 3-4 विआह बंदे का काम नहीं, जानवरों का काम है, हवान का, बदमाश अयाश बंदे का। एका नारी सदा जती तो साडे गुरु पातशाह का असूल है। 3 गुरुआं दे नां हैं, 3 विआह। 10वें पातशाह माता जीतो नाल विआह होया सी। सोहणे बहुत होण करके सारे सुंदरी कह के पुकारन लगे। किसी सियाणी मां नूं पुछ, बच्चे का जन्म होण लग्या 2 ਜਾਂ 2.5-3 साल का विथ पैंदा है। ये चारे साहिबजादे 2-2 साल की विथ ते होए। जे 2 महल वहुटियां होंदियां तां ये विथ घट वध सकदी सी। एक माता जीतू जी नूं जम पैंदा, एक माता सुंदरी नूं। क्यों नहीं इस तरह होया? हुण तू ही कोई अकल कर। 3-3 वहुटियां महल लिखण वालिया, तू आप औरतां दा शौकीन तो नहीं, कामी तो नहीं? अंदर झाती मार, बाहर ना लिख। ये इतिहास सारी दुनिया पढ़ती है, ब्यौरा वखरा लिख रहा। याद रख विआह एक ही सी। पातशाह नूं
समझ वो वाहिगुरु सी, वाहिगुरु है, वाहिगुरु ही रहेगा। तेरे कहन ते बाबे ने पंज भूतक शरीर नहीं बन जाना, तेरी चटनी जरूर बनाएगा। धर्मराज याद रखी। साखी माता गंगा दी, माता गंगा जी का विआह पंजवें पातशाह नाल होया। पंजवें पातशाह नूं सारी दुनिया मत्था टेकदी सी, सारी संगत मत्था टेकदी सी। कि माता जी देखते नहीं सन? कि माता जी अपने पति की ताकत नूं जानते नहीं सन? कि वो जानते नहीं सन कि गुरु पातशाह सौंदे नहीं हैं, जागत जोत सन? कि वो वाहिगुरू की रजा नूं समझते नहीं सन? कि वो सहज विच नहीं सन? कि लड़के की दात लैण लई बाबा बुढ़ा जी कोल चले गए? कि बाबा बुढ़ा जी गुरु साहब नूं मत्था नहीं टेकते सन, गुरु नहीं मनते सन? गुरु समर्थ नहीं सी, गुरु करता नहीं सी, सब ते वट समर्थ गुरुदेव नहीं सी, गुरु निरंकार नहीं सी, गुरु अगम अगोचर नहीं सी, गुरु तीरथ गुरु पारजात गुरु मनसा पूर्ण हार नहीं सी। इन्नियां ताकतां दे मालक नूं उन्हां दी अपनी वहुटी पछाण ही ना सकी। कि सारी रात सारा दिन उन्हां कोल नहीं सी रहिंदी, उन्हां दी सेवा नहीं सी करदी? कि वो दसम द्वारी नहीं सी? कि माता जी सचखंड नहीं जाते सन? उत्थे कुछ देखते नहीं सन? कि भाजड़ पै गई मुंडा मंगण दी, गुरु नूं छड्ड के पंज भूतक बंदे कोल चली गई? कि बाबा बुढ़ा जी गुरु साहब तो उच्चे ते ज्यादा समर्थ सन? सिखा कुछ ते अकल कर, मूर्ख अकल तैनू नहीं, तू अपनी अकल नाल गुरु पातशाह नूं सोचदा है। तैनू पता नहीं हो गम गोचर अगाध बोध, तेरी अकल तो बाहर आ गुरु। क्योंकि वह निरंकार ते निरंजन है, रब है। रब अपनी अकल ना वरत, पहला सुरती ला के वेख गुरु कित्थे है ते की समर्था दा मालक है। सुरती तेरी है नहीं, अकल की मदद लै रहे हैं, वो काम नहीं आनी। चिट्ठियां दी साखी, चौथे पातशाह ने गुरु अर्जन साहब नूं किते काम भेजिया कि क्या जिन्ना चिर असीं नहीं कहंदे तुसीं आउणा नहीं। चौथे पातशाह ने आउण लई किहा, इतिहास लिखदा 4 चिट्ठियां लिख दित्तियां। मेरा मन लुचे गुरदर्शन ताईं, तेरा मुख सुहावा जियो। तुहानूं एक गल नहीं, सारी बाणी गुरु नानक दी लिखी हुई आ। सारी बाणी जिन्ना चिर गुरु पातशाह विच जोत नहीं आई उन्ना चिर बाणी लिख ही नहीं सकते। बाणी तो सारी गुरु नानक ने लिखी है, तो जिन्ना चिर जोत नहीं आई उन्होंने बाणी किवें लिख दी? लिख ही नहीं सकते। एवें चिट्ठियां दी साखी, फुल टुटण वाली साखी। छेवें पातशाह अपने बगीचे विच आए तां की देखिया कि गुरु हर राय जी दे चोले नाल लग के फुल टुट गया। आपने समझाया ध्यान नाल तुरो ताकि फुल ना टुटे। पहली गल, छोटी उम्रे ही हर राय जी चोला वो भी खुला जिहा बच्चे कोलों सांभिया ही ना जाए पहनते सन। ये किसने देखिया? वो तो बहुत स्मार्ट ड्रैस पहनते सन, जिवें कुर्ता पजामा, चूड़ीदार पजामा। ये बड़ा सारा चोला फोटो में दिखाया, बच्चे ने तुरना ही औखा होया पिया। फिर बाणी कहती है कि बड़े बड़े चोले नहीं पाने, ये तो पखंड करने लई हन। तो पखंडी पाउंदा है, गुरु साहब पखंडी सन। फिर और देखो, जो फुल टुट गया तो फिर की होया? ब्रह्मा टुट गया कि शिव जी टुट गया? असीं हिंदू हाँ, कोई भरम वहम करिए फुल टुट गया कि रब टुट गया? फुल तोड़न लई है, फुल मुरझाया शोभदा ही नहीं। जे बूटे ते लगा ही मुरझा गया है, फिर साडी कुदरत साडी दासी है, फुल टुट गया जिवें कोई कुरैत हो गई, सिੱਖੀ नाल नाता टुट गया। ये निक्कियां निक्कियां गल्लां ने सानू हिंदूवाद विच फसा देना। फुल है ही तोड़न नूं, सजा के रखण नूं। ब्रह्म पाती बिशन डारे फूल शंकर देओ। ब्रह्मा विष्णु टुट गया उत्थे, गुरु भुल है, गलती नहीं करता। वेई वाली साखी। तो वेई विच गुरु साहब 3 दिन अलोप रहे। विद्वान ते मिशनरी इस गल नूं नहीं मनते, क्योंकि वो सूक्ष्म खेड नूं नहीं जानते। वो कहते हैं किते परे जंगल में जाके प्लान बनाई। खोज आखदी है कि बाबा शरीर ही नहीं सी, 5 भूतक शरीर नहीं सी, वो सच सी, वाहिगुरू सी, सूक्ष्म सी। वो सचखंड चले गया तो वापस आ गया 3 दिन बाद। दूसरी, वाहिगुरू ने की प्लान करना सी? सारा प्रोग्राम ही वैल प्लान सी। बाबा नानक वैल प्लान ही आया सी, की कुछ पुछण जाना सी? आप ही तो वाहिगुरू सी, फिर पुछना किस नूं सी? दुनिया की हर गल हर खेड ही उसने आप बनाई, पुछना किस कोलों सी? उसका कोई शरीक ही नहीं, कोई सलाहकार ही नहीं। बाबा सचखंड गया सी, 3 दिन उत्थे रहा, फिर प्रगट हो गया। इहो ही सिੱਖੀ की विलक्षणता है। सारे धर्मां चों इहो ही श्रेष्ठ उत्तमता है। सारे धर्मां तो बाबा तां किसी धर्म नूं धर्म ही नहीं कहंदा। जिहड़ा धर्म रब नूं मिला देवे वो धर्म है। कोई है धर्म तो दसो, आपां उस नूं प्रगट करिए। बाबा अपना धर्म प्रगट कर गया।
तो विद्वता भी सिੱਖੀ ਵਿੱਚ बहुत बेड़ा गर्क कर गई है। विद्वता ने मार रखे सानू। ਜਿਹੜਾ सिमरन सुरती ਨੂੰ नहीं ਮੰਨਦਾ, सूक्ष्म खेड ਨੂੰ नहीं ਮੰਨਦਾ, अगली दुनिया ਨੂੰ नहीं ਮੰਨਦਾ, ਉਹ ਕੀ ਪ੍ਰਚਾਰ ਕਰਨਾ ਚਾਹੁੰਦੇ ਹੋ? ਫਿਰ ਹਿੰਦੂ ਬਣ ਕੇ ਹੀ ਰਹੋ। ਇਹ ਵਿਲੱਖਣਤਾ ਦੀ ਲੋੜ ਹੀ ਨਹੀਂ, ਕਸ਼ਟ ਸਹਿਣ ਦੀ ਲੋੜ ਹੀ ਨਹੀਂ, ਸੱਚ ਤੇ ਝੂਠ ਨੂੰ ਪਰਖਣ ਦੀ ਲੋੜ ਹੀ ਨਹੀਂ, ਜੇਲਾਂ ਭਰਨ ਦੀ ਲੋੜ ਹੀ ਨਹੀਂ, ਖੋਪਰੀ ਉਤਾਰਨ ਦੀ ਲੋੜ ਹੀ ਨਹੀਂ, ਬੰਦ ਕਟਾਉਣ ਦੀ ਲੋੜ ਹੀ ਨਹੀਂ। ਤਤੀ ਤਵੀ ਤੇ ਬਹਿਣ ਦੀ ਕੀ ਲੋੜ ਸੀ? ਸਮਝੌਤਾ ਕਰ ਲੈਂਦੇ। श्राद्ध की साखी बाले वाली साखी वाल लिखता है कि गुरु नानक साहब ने अपने पितरों का श्राद्ध कराया। ਹੁਣ ਤਾਂ बहुत खोज हो गई है, बाणी विचार ही जा रही है। पहले तो सानू पढ़ाया जाता ਸੀ कि श्राद्ध कराया किसी खाण पीण वाले ब्राह्मण की शरारत है। सिखां ने श्राद्ध किस दा कराउणा है? सिखां दा मरदा ही कोई नहीं, सारे सदीवी हैं। सतगुरु सरनी आए हाँ बाउड़ नहीं बिनाश, असीं मरदे ही नहीं, सचखंड जाते हैं। अमृत छकन करके जीवात्मा सदीवी है। सतगुरु मेरा सदा सदा ना आवे ना जाए, वो विनाशी पुरख है सब मैं रहा समाए। साढ़े बजुर्ग सचखंड दे विच ते असीं भी सचखंड ते उत्थे सारे अमीर ते रजे हुए जीव भी वसदे हन ते धर्मराज कोल भुखे जाते हैं। ब्राह्मण ठीक ही करता है कि इस दे वड्डे वडेरे ते आप भी भुखा ही है, तो ये सारे धर्मराज कोल जाते हैं, अजे भी भुखे हैं तो श्राद्ध कराउंदा है। तो इसने भी धर्मराज कोल जाना है, बाबे नानक दा नाम विच एवें लई जांदा है। बचो साडा कोई मरिया नहीं, ना कोई मरना है, ना कोई श्राद्ध कराते हैं, ना कराउणा है, ना श्राद्धां दा हुक्म है। असीं श्राद्ध नहीं करते, श्राद्धां विच विआह करया करो। इन्हां नूं पता लग जाए ना असीं हिंदू नहीं, गां खाणी हुक्म कर दिओ। आपे असीं आपे ही वखरे हाँ, हुक्म ही करना है। जिहड़े नहीं खांदे ना खाण, जिहड़े खांदे वो तां खाण। देखो तुहानूं कौन हिंदू कहंदा है? कदी अकल भी वरत लिया करो। जे ना पार्लीमेंट च बिल पास हो गया सिख एक वक्री कौम है तां कह देना। अकाल तख्त तो हुक्मनामे कढ़ी जाते हो निजी ईरखा दे, कि भी हुक्मनामा कढ़ दिओ सरबत दे भले लई, कौम दे भले लई। सिख श्राद्धां विच विआह करना, मैं देखदा किहड़ा तुहानूं हिंदू कहंदा है। तुहाडीआं सारीआं करतूतां तां हिंदुआं वालीआं, तुहाडा एक कर्म भी हिंदुआं तो वखरा नहीं। ਤੁਸੀਂ 84 ਵਿੱਚ 10,000 सिख मारिया, उसने 1 ਲੱਖ भोपाल ਵਿੱਚ मार दिता। ਤੁਸੀਂ 35 ਸਿੰਘ कश्मीर ਵਿੱਚ मारे, उसने ਲੱਖ मारिया गुजरात ਵਿੱਚ, सारे उजाड़ दिते। ਤੁਸੀਂ होर मार के देख लो, उसने सोका लिया के मार देने, हल लिया के मार देने, अतवादियां हथों मरवा देने। ਤੁਸੀਂ होर भी कुछ करके देख लो, रब किधर है? साखी 5वें पातशाह की तत्ती तवी ते बहन दी। कवि संतोख सिंह सूरी एकाग करता मरण तो पहला लिखिया सी कि मेरे को कोई साखियां जबरदस्ती लिखवाइयां, पा विचार के ठीक कर लेना। ठीक कौन करे? साल मना रहे हैं नशा रहत करना कौम नूं। बादल साहब 2% ठेके वधा रहे हैं, कह रहे हैं 2% वधणगे 20%। सारे पंजाब शराब ही शराब हो जानी है, शराब विच ही पंजाब रुड़ जाना ते पंजाब ही रुड़ना है। जे बादल का 5 साल होर रह गया ना तो पंजाब रुड़िया तो की इकल्ले नहीं हड़प कर जाना। देख लेना इतना भुखा अज तक मैं कोई इंसान नहीं देखा। रब की करोपी होने वाली है, समझ अजे भी समझ तेरे नाल वो होनी है, सारी दुनिया देखेगी। तो गुरु साहब नूं कुछ समझिया ही नहीं, सियासत ही हावी कर रही जा रहा है, अजे भी समझ रुक जा। साखी की लिखती है कि गुरु साहब श्री गुरु ग्रंथ साहब जी की स्थापना करन लगे तो क्या कोई भगत पूरा है तो दसो असीं बाणी लै सकते हैं। कई भगत आए, इन्हां ते एक छज्जू भगत सी। तो पातशाह ने यह कह के बाणी दर्ज ना की कि कसवट्टी ते नहीं उतरती। छज्जे नूं गुस्सा आया, उसने श्राप देता, अर्जन तू जिंदा ही सड़ेगा। पहली गल वो पूर्ण ब्रह्म ज्ञानी सी, तो जे वो पूर्ण ब्रह्म ज्ञानी सी तो उसकी बाणी क्यों नहीं लई? गुरु पातशाह विच किसी नाल ईरखा सी? जे नहीं तो बाणी क्यों नहीं लई? दूसरी गल जे वो पूर्ण ब्रह्म ज्ञानी नहीं सी तो उसकी गल उसका श्राप लग गया गुरु साहब नूं। गुरु साहब ना होए शकुंतला हुई जिसनों ऋषि का श्राप लग गया। रब नूं बंदे का श्राप लगदा है? छज्जू दे कहण ते जां उसदे श्राप नाल तत्ती तवी ते बैठना पिया। फिर तो छज्जू ही पूर्ण सी ते गुरु साहब कुछ भी नहीं। गुरु साहब का लिखिया ग्रंथ मिलता है, असीं पूज रहे हाँ तो छज्जू जी होंद भी लभ नहीं रही। कौन वड्डा सी? और सिखो इतिहास बदलो। एमनाबाद बाबर बारे 7 बुक भंग दे
ਜਦੋਂ ਗੁਰੂ ਬਾਬਾ ਨਾਨਕ ਕਹਿਤ ਸੀ ਤਾਂ ਚੱਕੀਆਂ ਆਪਣੇ ਆਪ ਚਲਦੀਆਂ ਰਹੀਆਂ। ਬਾਬਰ ਆ ਗਿਆ ਮਾਫੀ ਮੰਗੀ ਤੇ ਗੁਰੂ ਪਾਤਸ਼ਾਹ ਨੇ ਖੁਸ਼ ਹੋ ਕੇ 7 ਬੁੱਕ ਭੰਗ ਦੇ ਭਰ ਕੇ 7 ਪੀੜ੍ਹੀਆਂ ਰਾਜ ਦੇ ਦਿੱਤਾ। 7 ਬੁੱਕ ਭੰਗ ਦੇ। ਲਿਖਾਰੀ ਭੰਗ ਦਾ ਪ੍ਰੇਮੀ ਹੈ ਕਿ ਬਾਬਾ ਨਾਨਕ ਰੱਬ ਨੇ ਭੰਗ ਦੇ ਬੁੱਕ ਭਰ ਕੇ ਰਾਜ ਦਿੱਤਾ ਤੇ ਰਾਜ ਦੇਣਾ ਸੀ ਤਾਂ ਉਸੇ ਤਰ੍ਹਾਂ ਹੀ ਦੇ ਦਿੰਦਾ। ਸਾਰੀ ਸ੍ਰਿਸ਼ਟੀ ਦਾ ਕਰਤਾ ਸੀ ਵਾਹਿਗੁਰੂ, ਭੰਗ ਵਿੱਚ ਕਿੱਥੋਂ ਆ ਵੜੀ? ਸ਼ਾਇਦ ਨਿਹੰਗਾਂ ਨੂੰ ਪਿਲਾਉਣ ਲਈ। ਰੱਬ ਦਾ ਕਿਸੇ ਨਸ਼ੇ ਨਾਲ ਕੋਈ ਵਾਸਤਾ ਨਹੀਂ। ਬਹੁਤ ਊਲ ਜਰੂਲ ਲਿਖਿਆ ਪਿਆ। ਇਹ ਕਵੀ ਸਾਰੇ ਨਸ਼ਈ ਹੁੰਦੇ ਹਨ। ਮੈਨੂੰ ਯਾਦ ਹੈ ਕਿ ਨਕੋਦਰ ਸਿੰਘ ਸਭਾ ਗੁਰਦੁਆਰੇ ਕਵੀ ਦਰਬਾਰ ਕਰਾਇਆ। ਮੈਂ ਬਹੁਤ ਛੋਟਾ ਸੀ। ਸਾਰੇ ਕਵੀ ਪੀ ਕੇ ਆਏ ਸਨ। ਮੈਂ ਪੁੱਛਿਆ ਇਹਨਾਂ ਦੇ ਮੂੰਹ ਵਿੱਚੋਂ ਬੋ ਕਿਉਂ ਆਉਂਦੀ ਹੈ? ਮੈਨੂੰ ਉੱਤਰ ਮਿਲਿਆ ਇਹ ਕਵੀ ਪੀਣ ਤੋਂ ਬਗੈਰ ਨਾ ਤਾਂ ਬੋਲ ਸਕਦੇ ਹਨ ਤੇ ਨਾ ਲਿਖ ਸਕਦੇ ਹਨ। ਲਓ ਲੈ ਲਓ ਸਿੱਖਿਆ, ਕਰਾ ਲਓ ਕਵੀ ਦਰਬਾਰ। ਅੱਜ ਇਵੇਂ ਦੇ ਢਾਡੀ ਹਨ। ਕੋਈ ਢੰਗ ਨਹੀਂ ਸ਼ਰਾਬ ਨਾ ਪੀਂਦਾ ਹੋਵੇ। ਮੈਨੂੰ ਵੀ ਦਰਸ਼ਨ ਕਰਾਉਣੇ। 10ਵੇਂ ਪਾਤਸ਼ਾਹ ਦਾ ਕੰਗਣ ਦਰਿਆ ਵਿੱਚ ਸੁੱਟਣਾ। ਗੁਰੂ ਗੋਬਿੰਦ ਸਿੰਘ ਛੋਟੀ ਉਮਰ ਦੇ ਸਨ। ਇੱਕ ਸੋਨੇ ਦਾ ਕੰਗਣ ਗਵਾਏ। ਕਰਦਿਆਂ ਪੁੱਛਿਆ ਕੰਗਣ ਕਿੱਥੇ ਹੈ? ਉਹਨਾਂ ਦੂਸਰਾ ਕੰਗਣ ਵੀ ਦਰਿਆ ਵਿੱਚ ਸੁੱਟ ਕੇ ਕਿਹਾ ਇੱਥੇ ਹੈ। ਕੀ ਇਹ ਗੁਰਸਿੱਖੀ ਹੈ? ਜੇ ਸੁੱਟਣਾ ਹੀ ਸੀ ਤਾਂ ਕਿਸੇ ਲੋੜ ਬੰਦੇ ਦੇ ਕੰਮ ਆ ਸਕਦਾ ਸੀ। ਕਿਸੇ ਗਰੀਬ ਗੁਰਸਿੱਖ ਨੂੰ ਦਿੱਤਾ ਜਾ ਸਕਦਾ ਸੀ। ਸੁੱਟਣ ਦਾ ਕੀ ਲਾਭ ਹੋਇਆ? ਅਕਲ ਨੂੰ ਹੱਥ ਮਾਰੋ ਸਿੱਖੋ। ਗੁਰੂ ਬਿਮਾਰ ਨਹੀਂ ਹੁੰਦਾ। 8ਵੇਂ ਪਾਤਸ਼ਾਹ ਨੂੰ ਚੇਚਕ ਨਿਕਲ ਆਈ। ਹੋ ਹੀ ਨਹੀਂ ਸਕਦੀ। ਗੁਰੂ ਸਰੀਰ ਨਹੀਂ, ਬਿਮਾਰੀ ਸਰੀਰ ਤੋਂ ਹੁੰਦੀ ਹੈ। ਸਰਬ ਰੋਗ ਕਾ ਔਖਦ ਨਾਮ, ਗੱਲ ਗਲਤ ਹੁੰਦੀ ਹੈ। ਗੁਰੂ ਨੂੰ ਐਨਕ ਨਹੀਂ ਲੱਗਦੀ, ਉਸਦੀ ਨਜ਼ਰ ਹੀ ਕਮਜ਼ੋਰ ਨਹੀਂ ਹੁੰਦੀ। ਗੁਰੂ ਜੋਤ ਦਿੰਦਾ ਹੈ, ਸਾਰੀ ਸ੍ਰਿਸ਼ਟੀ ਦੀਆਂ ਨਜ਼ਰਾਂ ਠੀਕ ਕਰ ਸਕਦਾ ਹੈ, ਆਪ ਐਨਕ ਨਹੀਂ ਲਾਉਂਦਾ। ਸਰੀਰ ਵਿੱਚ ਕੋਈ ਵੀ ਘਾਟ ਗੁਰੂ ਨੂੰ ਨਹੀਂ ਪੈ ਸਕਦੀ। ਉਹ ਕੋਈ ਦੇਹਧਾਰੀ ਗੁਰੂ ਥੋੜ੍ਹੀ ਹੈ। ਧਿਆਨ ਰੱਖੋ, ਤੁਸੀਂ ਕੱਲ ਰੱਬ ਨੂੰ ਬਿਮਾਰ ਕਰ ਦੇਣਾ। ਕਿਸੇ ਗੁਰੂ ਨੇ ਇਕੱਲੇ ਬੈਠ ਕੇ ਲਗਾਤਾਰ ਭਗਤੀ ਨਹੀਂ ਕੀਤੀ। ਕਈ ਵਾਰੀ ਢਾਡੀ ਸੱਜਣ ਬੋਲਦੇ 9ਵੇਂ ਪਾਤਸ਼ਾਹ ਨੇ 36 ਸਾਲ 36 ਮਹੀਨੇ 36 ਦਿਨ 36 ਮਿੰਟ 36 ਸਕਿੰਟ ਭੋਰੇ ਵਿੱਚ ਭਗਤੀ ਕੀਤੀ। ਇਹ ਸਮਾਂ ਕਿਸ ਨੇ ਗਿਣਿਆ? ਢਾਡੀਆਂ ਨਹੀਂ ਗਿਣਿਆ ਹੋਣਾ। ਕੋਈ ਢਾਡੀ ਕੋਲ ਬੈਠਾ ਹੋਣਾ, ਕੋਈ ਢਾਡੀ ਕੋਲ ਬੈਠਾ ਹੋਣਾ। ਤੂੰ ਇੰਨੀ ਭਗਤੀ ਕਰਨ ਵਾਲਾ ਗੁਰੂ ਫਿਰ ਲੱਭਾ ਹੀ ਨਾ। ਜੋ ਮੱਖਣ ਸ਼ਾਹ ਲਬਾਣਾ ਨਾ ਲੱਭਦਾ ਤਾਂ ਗੁਰੂ ਸਾਹਿਬ ਲੱਭਣੇ ਹੀ ਨਹੀਂ ਸੀ। 22 ਪੀੜ੍ਹੀਆਂ ਲਾ ਕੇ ਬੈਠੇ 22 ਦੇਹਧਾਰੀ ਗੁਰੂਆਂ ਦੇ ਹੀ ਵੱਸ ਪੈ ਜਾਣਾ ਸੀ। ਸੋ ਪਹਿਲੀ ਗੱਲ ਦੱਸੋ, ਗੁਰੂ ਨਾਨਕ ਦੀ ਜੋਤ ਜਿਹੜੇ ਵੀ ਸਰੀਰ ਵਿੱਚ ਆ ਗਈ ਉਹ ਵਾਹਿਗੁਰੂ ਬਣ ਗਿਆ। ਵਾਹਿਗੁਰੂ ਭਗਤੀ ਕਰਨ ਨਹੀਂ ਆਇਆ, ਕਰਵਾਉਣ ਆਇਆ। ਫਿਰ ਇੰਨਾ ਸਮਾਂ ਬਰਬਾਦ ਕਰ ਦਿੱਤਾ। ਇੰਨੇ ਚਿਰ ਵਿੱਚ ਤਾਂ ਹੋਰ ਕਈ ਕੰਮ ਕਰ ਲੈਣੇ ਸੀ। ਦੂਜੀ ਗੱਲ, ਭਗਤੀ ਕਰਕੇ ਕਰਨਾ ਕੀ ਸੀ? ਗੁਰੂ ਦੇ ਦਰਸ਼ਨ ਕਰਨੇ ਸਨ। ਉਹ ਤਾਂ ਆਪ ਹੀ ਸਨ। ਅਸੀਂ ਭਗਤੀ ਕਰਦੇ ਹਾਂ ਗੁਰੂ ਸਾਹਿਬ ਦਰਸ਼ਨ ਹੋ ਜਾਣ। ਗੁਰੂ ਸਾਹਿਬ ਨੂੰ ਕਿਸ ਨੇ ਦਰਸ਼ਨ ਚਾਹੀਦੇ ਆ? ਰੱਬ ਉਹ ਆਪ ਸੀ, ਗੁਰੂ ਉਹ ਆਪ ਸੀ। ਹੁਣ ਭਗਤੀ ਕਰਕੇ ਕੀ ਲੋੜ ਤੇ ਸਨ? ਗੁਰੂ ਕੇ ਲਾਲ ਤੂੰ ਕੋਈ ਸਿੱਖਿਆ ਲੈ ਲੈ। ਗੁਰੂ ਕੌਣ ਹੁੰਦਾ ਹੈ? ਕੋਈ ਨਵਾਂ ਇਤਿਹਾਸ ਲਿਖੋ ਠੀਕ ਤਰੀਕੇ ਨਾਲ। ਪਾਰ ਬ੍ਰਹਮ ਗੁਰੂ ਨਾਹੀ ਭੇਦ। ਗੁਰੂ ਤੇ ਰੱਬ ਇੱਕ ਹੀ ਹਨ। ਆਪੇ ਸਤਿਗੁਰੂ ਆਪ ਹਰ, ਆਪੇ ਮੇਲ ਮਿਲਾਏ। ਆਪੇ ਹੀ ਗੁਰੂ ਨਾਨਕ ਹੈ, ਆਪੇ ਹੀ ਵਾਹਿਗੁਰੂ ਹੈ। ਭਗਤੀ ਕਰਨ ਦੀ ਕੀ ਲੋੜ ਪੈ ਗਈ? ਸਿੱਖੋ, ਸਮਝੋ ਆਪਣੇ ਇਤਿਹਾਸ ਦੀ। ਗੁਰੂ ਪਾਤਸ਼ਾਹ ਦਾ ਸਿਰ ਕੱਟ ਦਿੱਤਾ। 9ਵੇਂ ਪਾਤਸ਼ਾਹ ਦੀ ਸ਼ਹੀਦੀ। ਬਹੁਤ ਹਨੇਰੀ ਚੱਲੀ, ਕੁਝ ਦਿਸਦਾ ਨਹੀਂ ਸੀ। ਹਕੂਮਤ ਨੇ ਕਿਹਾ ਲੈ ਜਾਓ ਜਿਸ ਨੇ ਧੜ ਲੈ ਜਾਣਾ। ਪਹਿਰਾ ਬਹੁਤ ਸੀ, ਕੋਈ ਅੱਗੇ ਨਾ ਆਇਆ। ਜਦੋਂ ਇਹ ਹਕੀਕਤ 10ਵੇਂ ਪਾਤਸ਼ਾਹ ਨੂੰ ਬਿਆਨ ਕੀਤੀ ਤਾਂ 10ਵੇਂ ਪਾਤਸ਼ਾਹ ਨੇ ਕਿਹਾ ਕਿ ਮੈਂ ਐਸਾ ਸਿੰਘ ਖਾਲਸਾ ਸਾਜਾਂਗਾ ਜੋ ਛੁਪਿਆ ਵੀ ਛੁਪ ਨਹੀਂ ਸਕੇਗਾ। ਲੱਖਾਂ 'ਚੋਂ ਇੱਕ ਵੱਖਰਾ ਹੀ ਨਜ਼ਰ ਆਏਗਾ। ਕਿਸੇ ਚੰਗੇ ਮੂਰਖ ਜੱਡ ਸਿਆਣੇ ਦੀ ਸਾਖੀ ਲਿਖੀ ਲੱਗਦੀ ਹੈ। ਮੂਰਖਾ ਇਹ ਗੱਲ ਕਹਿ ਕੇ 9 ਪਾਤਸ਼ਾਹਾਂ ਦੀ ਕੁਰਬਾਨੀ ਖਤਮ ਕਰ ਦਿੱਤੀ। ਗੁਰੂ ਨਾਨਕ ਨੇ ਕੀ ਸਜਾਇਆ ਸੀ? ਰੁੰਡਤ ਮੁੰਡਤ। 6ਵੇਂ ਪਾਤਸ਼ਾਹ ਨੇ 2 ਕਿਰਪਾਨਾਂ ਪਾ ਲਈਆਂ। ਫਿਰ ਇਹ ਕਿਰਪਾਨ 10ਵੇਂ ਗੁਰੂ ਨਾਨਕ ਤੱਕ ਗਈ ਤੇ 6ਵੇਂ ਤੋਂ 10ਵੇਂ ਪਾਤਸ਼ਾਹ ਨੇ ਰਾਜ ਕੀਤਾ। ਤਖਤ ਸਾਜੇ ਹਨ, ਕਲਗੀ ਲਾਈ, ਕਿਰਪਾਨ ਫੌਜਾਂ ਤੋਂ ਬਗੈਰ ਹੀ ਰਾਜ ਕਰ ਲਿਆ। ਤੇ ਗੁਰੂ ਨਾਨਕ ਨੇ ਕਿਹੜਾ ਖਾਲਸਾ ਸਜਾਇਆ ਸੀ? ਕੀ ਗੁਰੂ ਨਾਨਕ ਦਾ ਸਜਾਇਆ ਸਿੱਖ ਖਾਲਸਾ ਨਹੀਂ ਸੀ? ਕੀ ਉਸਦੀ ਪਹਿਚਾਣ ਵੱਖਰੀ ਨਹੀਂ ਸੀ? ਤੋ ਇਸੇ ਵੱਖਰੀ ਪਹਿਚਾਣ ਨੇ ਤਾਂ 5ਵੇਂ ਤੇ 9ਵੇਂ ਪਾਤਸ਼ਾਹੀ ਸ਼ਹੀਦੀ ਕਰਵਾ ਦਿੱਤੀ। ਮੁਸਲਮਾਨ ਕਿਉਂ ਸਿੱਖ ਸੱਜ ਰਹੇ ਸਨ? ਜੇ ਹਿੰਦੂਆਂ ਦਾ ਰਾਜ ਹੁੰਦਾ ਉਹਨਾਂ ਘੱਟ ਨਹੀਂ ਸੀ ਕਰਨੀ। ਉਹਨਾਂ ਇਹ ਕਹਿ ਕੇ ਸ਼ਹੀਦੀ ਕਰਵਾ ਦੇਣੀ ਸੀ ਕਿ ਹਿੰਦੂ ਸਿੰਘ ਸੱਜ ਰਹੇ ਸਨ। ਇਹ ਸਾਰਾ ਪੰਗਾ ਹੀ ਗੁਰੂ ਨਾਨਕ ਦਾ ਸੀ। ਅਸਲੀਅਤ ਸਮਝਾ ਦਿੱਤੀ ਕਿ ਸਰੀਰ ਕੁਝ ਨਹੀਂ, ਤੂੰ ਸ਼ਹੀਦ ਹੋ ਕੇ ਮੇਰੇ ਕੋਲ ਆਈ, ਮੈਂ ਰਾਜ ਦੇ ਦਿਆਂਗਾ। ਤੁਸੀਂ ਦੇਖਣਾ ਸਾਰੀ ਦੁਨੀਆ ਇੱਕ ਵਾਰੀ ਸਿੰਘ ਜ਼ਰੂਰ ਸਜੇਗੀ।
ਅਕਾਲੀ ਬੁੱਧੂਆਂ ਨੇ ਕੀ ਪ੍ਰਚਾਰ ਕਰਨਾ? ਤਾਂ ਸ਼ਰਾਬ ਪੀਣ ਤੇ ਠੇਕੇ ਵਧਾਉਣ ਦਾ ਪ੍ਰਚਾਰ ਕਰ ਰਹੇ ਹਨ, ਸਿੱਖੀ ਦਾ ਨਹੀਂ। ਕੁਰਸੀ ਦੇ ਭੁੱਖੇ। ਸਿੱਖੀ ਆਪਣੇ ਆਪ ਵੱਧ ਜਾਣੀ, ਵੱਧ ਰਹੀ ਹੈ। ਜੇ ਸਿਮਰਨ ਸੁਰਤੀ ਵੱਧ ਜਾਏ, ਸਾਰੀ ਦੁਨੀਆ ਸਿੱਖ ਸੱਜ ਜਾਏ। 6 ਕਰੋੜ ਨੂੰ ਅੰਬੇਦਕਰ ਸਿੰਘ ਸਜਾ ਰਿਹਾ ਸੀ, ਤੇ ਜੇ ਚਮਾਰ ਸਿੰਘ ਸੱਜ ਗਏ ਫਿਰ ਮੇਰੀ ਕੁਰਸੀ ਕਿੱਥੇ ਜਾਏਗੀ? ਇਹ ਸੋਚ ਨਹੀਂ ਸੀ ਸਾਡੇ ਲੀਡਰਾਂ ਦੀ। ਇਹਨਾਂ ਨੂੰ ਇਹ ਚਮਾਰ ਨਜ਼ਰ ਆਉਂਦੇ ਸਨ। ਰਵਿਦਾਸ ਦੀ ਬਾਣੀ ਨੂੰ ਮੱਥਾ ਟੇਕਦੇ ਹਨ, ਬੰਦੇ ਨੂੰ ਚਮਾਰ ਕਹਿੰਦੇ ਹਨ। ਪਿੰਡਾਂ ਵਿੱਚ ਅਜੇ ਵੀ ਜਾਤ ਪਾਤ ਉੱਥੇ ਹੀ ਖੜੀ ਹੈ, ਉੱਥੇ ਹੀ ਹੈ। ਅਜੇ ਵੀ ਚੌਥੇ ਪੌੜੇ ਨੂੰ ਅੰਮ੍ਰਿਤ ਨਹੀਂ ਛਕਾਉਂਦੇ, ਤੋ ਚਮਾਰ ਕਹਿ ਕੇ ਬਹਿਣ ਨਹੀਂ ਦਿੰਦੇ, ਰੋਟੀ ਨਹੀਂ ਛਕਾਉਂਦੇ। ਇਹ ਤਾਂ ਪੰਜਾਂ ਪਿਆਰਿਆਂ ਨੂੰ ਵੀ ਨਹੀਂ ਮੰਨਦੇ ਹੋਣੇ। ਭਾਈ ਜੈਤਾ ਜੀ, ਭਾਈ ਸੰਗਤ ਸਿੰਘ ਨੂੰ ਵੀ ਨਹੀਂ ਮੰਨਣਗੇ। ਅਗਰ ਰੇਟੇ ਗੁਰੂ ਕੇ ਬੇਟੇ ਨੂੰ। ਇਹ ਕੀ ਕਹਿੰਦੀਆਂ ਸਰਕਾਰੀ ਏਜੰਸੀਆਂ? ਬਚ ਕੇ ਰਹੋ ਇਹਨਾਂ ਏਜੰਸੀਆਂ ਤੋਂ। ਇਹ ਗੁਰੂਆਂ ਦੀਆਂ ਨਹੀਂ, ਬੰਦੇ ਵਿੱਚ ਪਾੜ ਪਾਈ ਜਾਂਦੇ ਹਨ। ਗੁਰੂ ਕਰਤਾ ਹੋਣ ਕਰਕੇ ਸਰਾਪ ਨਹੀਂ ਦਿੰਦਾ, ਅਸੀਸ ਦਿੰਦਾ ਹੈ। 6ਵੇਂ ਪਾਤਸ਼ਾਹ ਦੀ ਪੁੱਤਰੀ ਦਾ ਵਿਆਹ ਸੀ, ਮਠਿਆਈ ਬਣੀ ਪਈ ਸੀ। ਤੀਜੇ ਪਹਿਰ ਕੋਈ ਸੰਗਤ ਆ ਗਈ। ਗੁਰੂ ਪਾਤਸ਼ਾਹ ਨੇ ਸਿੱਖਾਂ ਵਾਸਤੇ ਮਠਿਆਈ ਲਿਆਉਣ ਦਾ ਹੁਕਮ ਦਿੱਤਾ, ਪਰ ਦਮੋਦਰੀ ਜੀ ਨੇ ਇਹ ਕਹਿ ਕੇ ਮਠਿਆਈ ਨਾ ਦਿੱਤੀ ਕਿ ਸਗਨਾਂ ਦੀ ਹੈ। ਗੁਰੂ ਸਾਹਿਬ ਨੇ ਸਰਾਪ ਦੇ ਦਿੱਤਾ ਕਿ ਮਠਿਆਈ ਮੁਗਲ ਖਾਣਗੇ। ਗੁਰਬਾਣੀ ਕਹਿੰਦੀ ਹੈ ਗੁਰੂ ਬਹੁਤ ਗੈਰ ਗੰਭੀਰ ਹੁੰਦਾ ਹੈ। ਸਤਿਗੁਰੂ ਸਭਨਾਂ ਦਾ ਭਲਾ ਮਨਾਉਂਦਾ, ਫਿੱਕਾ ਬੋਲ ਹੀ ਨਹੀਂ ਜਾਣਦਾ। ਉਸ ਨੂੰ ਗੁੱਸਾ ਤਾਂ ਨਹੀਂ ਆਉਂਦਾ, ਕਿਉਂਕਿ ਉਹ ਸਰੀਰ ਹੀ ਨਹੀਂ, ਔਗਣ ਤਾਂ ਸਰੀਰ ਵਿੱਚ ਹਨ। ਫਿਰ ਕੀ ਉਹ ਰਿਸ਼ੀ ਮੁਨੀ ਸੀ? ਝੱਟ ਸਰਾਪ ਦੇ ਦਿੱਤਾ। ਕਿੱਥੇ ਗਈ ਸਹਿਨਸ਼ੀਲਤਾ? ਦੂਸਰਾ ਪੱਖ ਹੈ, ਮਾਤਾ ਦਮੋਦਰੀ ਜੀ ਕਦੀ ਕਹਿ ਹੀ ਨਹੀਂ ਸਕਦੇ ਆਏ ਸਿੰਘਾਂ ਨੂੰ ਮਠਿਆਈ ਨਾ ਖਵਾਉਣ। ਹਿੰਦੂਆਂ ਦੀ ਤਰ੍ਹਾਂ ਸਾਖੀ ਲਿਖੀ ਪਈ ਹੈ। ਦੂਜਾ ਇਹ ਕਦੀ ਨਹੀਂ ਹੋ ਸਕਦਾ, ਸੰਗਤ ਆਈ ਹੋਵੇ, ਗੁਰੂ ਸਾਹਿਬ ਦਾ ਹੁਕਮ ਹੋਵੇ, ਤੇ ਦੋ ਕੁਤਾਈਆਂ ਮਾਤਾ ਦਮੋਦਰੀ ਜੀ ਨੇ ਕਰ ਦਿੱਤੀਆਂ। ਸੰਗਤ ਨਾਲੋਂ ਮਠਿਆਈ ਚੰਗੀ ਸੀ, ਵਧੀਆ ਸ਼ਗਨ ਹੀ ਇਹ ਸੀ ਕਿ ਸੰਗਤ ਮਠਿਆਈ ਖਾਵੇ। ਦੂਜਾ ਸੰਗਤ ਨੂੰ ਮੋੜ ਦਿੱਤਾ। ਤੀਜਾ ਗੁਰੂ ਪਾਤਸ਼ਾਹ ਦਾ ਹੁਕਮ ਮੋੜਿਆ, ਪਤੀ ਦਾ ਹੁਕਮ ਮੋੜਿਆ। ਦਮੋਦਰੀ ਜੀ ਬਿਲਕੁਲ ਬੇਸਮਝ ਹਿੰਦੂਆਂ ਦੇ ਘਰੋਂ ਆਏ ਸਨ। ਉਹਨਾਂ ਨੂੰ ਕੋਈ ਸੰਗਤ ਦੀ ਕਦਰ ਨਹੀਂ ਸੀ। ਮੈਨੂੰ ਇਹ ਨਹੀਂ ਸਮਝ ਆ ਰਹੀ ਕਹਾਣੀਆਂ ਇਹੋ ਜਿਹੀਆਂ ਕੌਣ ਲਿਖ ਰਿਹਾ, ਕਿਸ ਨੇ ਲਿਖੀਆਂ? ਹੱਥ ਜੋੜ ਕੇ ਬੇਨਤੀ ਹੈ ਕਿ ਬਾਣੀ ਵਿਚਾਰਨ ਤੋਂ ਬਗੈਰ ਕੋਈ ਇਤਿਹਾਸ ਲਿਖਣ ਦੀ ਕੋਸ਼ਿਸ਼ ਨਾ ਕਰੇ। ਪਹਿਲਾਂ ਗੁਰੂ ਨੂੰ ਸਮਝੋ, ਗੁਰੂ ਦੇ ਅਸੂਲਾਂ ਨੂੰ ਸਮਝੋ, ਕਮਾਓ ਤੇ ਫਿਰ ਲਿਖੋ। ਗੁਰੂ ਪੂਰਨ ਰੱਬ ਹੈ, ਸਿੱਖ ਪੈਦਾ ਕਰਦਾ ਹੈ, ਪਾਰਸ ਹੈ, ਸੋਨਾ ਬਣਾਉਂਦਾ ਹੈ। ਇੱਕ ਸਾਖੀ ਦਾ ਜ਼ਿਕਰ ਆਉਂਦਾ ਹੈ ਜਿੱਥੇ ਗੁਰੂ ਸਾਹਿਬ ਕਹਿੰਦੇ ਹਨ ਮੈਂ ਤਾਂ ਪੂਰਨ ਸਿੱਖ ਨਹੀਂ ਹਾਂ, ਅੱਧਾ ਸਿੱਖ ਹਾਂ। ਇਹ ਭਾਈ ਇਹ ਬਾਣੀ ਵਿੱਚ ਕਿੱਥੇ ਲਿਖਿਆ ਗੁਰੂ ਪੂਰਨ ਸਿੱਖ ਨਹੀਂ, ਅੱਧਾ ਸਿੱਖ ਹੈ? ਗੁਰੂ ਪੂਰਨ ਰੱਬ ਹੈ। ਕਹਾਣੀਕਾਰ ਦੱਸਣਾ ਚਾਹੁੰਦਾ ਹੈ ਕਿ ਗੁਰੂ ਖਾਸ ਕਰਕੇ ਸਾਡਾ ਗੁਰੂ ਪੂਰਨ ਨਹੀਂ, ਸਿੱਖ ਵੀ ਨਹੀਂ, ਆਮ ਸਧਾਰਨ ਆਰਡਨਰੀ ਬੰਦੇ ਵਰਗਾ ਹੀ ਹੈ। ਤੇ ਅਸੀਂ ਵੀ ਕਹਾਣੀਆਂ ਸੁਣਾਈ ਜਾ ਰਹੇ ਹਾਂ। ਇਹ ਸਾਖੀ ਜਥੇਦਾਰ ਕੇਵਲ ਸਿੰਘ ਨੇ ਬਠਿੰਡੇ ਸੁਣਾਈ ਸੀ। ਮੈਂ ਸਾਰੀ ਸੰਗਤ ਚੋਂ ਇਕੱਲਾ ਵਿਰੋਧ ਕਰਨ ਵਾਲਾ ਸੀ। ਗੁਰੂ ਪੂਰਨ ਹੈ, ਪੂਰਨ ਰੱਬ ਹੈ, ਪੂਰਨ ਵਾਹਿਗੁਰੂ ਹੈ, ਉਸ ਵਿੱਚ ਕੋਈ ਘਾਟ ਨਹੀਂ। ਅੱਜ ਵੀ ਕਰਤਾ ਹੈ, ਕਰਨਹਾਰ ਹੈ। ਥੋੜ੍ਹਾ ਧਿਆਨ ਰੱਖਿਆ ਕਰੋ, ਗੁਰੂ ਸਾਹਿਬ ਦਾ ਸਤਿਕਾਰ ਕਰੋ। ਹੇਮਕੁੰਟ ਵਾਲੀ ਸਾਖੀ ਕਿ ਗੁਰੂ ਸਾਹਿਬ ਹੇਮਕੁੰਟ ਭਗਤੀ ਕੀਤੀ, ਕਿ ਜੀਂਦੇ ਜੀ ਗੁਰੂ ਸਾਹਿਬ ਨੇ ਕਿਹਾ ਕਿ ਅਸੀਂ ਹੇਮਕੁੰਟ ਭਗਤੀ ਕੀਤੀ। ਸਿੱਖਾਂ ਨੂੰ ਇੱਕ ਵਾਰੀ ਹੇਮਕੁੰਟ ਲੈ ਜਾਂਦੇ ਤਾਂ ਠੀਕ ਸੀ, ਉੱਥੇ ਤਾਂ ਆਕਸੀਜਨ ਹੀ ਨਹੀਂ, ਤਾਂ ਭਗਤੀ ਕਿਵੇਂ ਕੀਤੀ? ਪਹਾੜਾਂ ਤੇ ਭਗਤੀ ਕਰਨੀ ਪ੍ਰਮਾਣ ਹੈ? ਕਿਤੇ ਬਾਣੀ ਵਿੱਚ ਲਿਖਿਆ? ਗੁਰੂ ਤਾਂ ਜਨਮ ਹੀ ਨਹੀਂ ਧਾਰਦਾ। ਤੂੰ ਲਿਖਿਆ ਪਹਿਲੇ ਜਨਮ ਵਿੱਚ ਭਗਤੀ ਕੀਤੀ। ਬਾਣੀ ਕਹਿੰਦੀ ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰ ਪੁਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ ਹਰਸੋ ਲੈਣ ਮਿਲਾਏ। ਸਤਿਗੁਰੂ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ। ਉਹ ਵਿਨਾਸ਼ੀ ਪੁਰਖ ਹੈ, ਸਭ ਮੈਂ ਰਿਹਾ ਸਮਾਏ। ਜੈਸਾ ਸਤਿਗੁਰੂ ਸੁਣੀ ਦਾ ਤੈਸੋ ਹੀ ਮੈਂ ਡੀਠ। ਵਿਛੜਿਆ ਮੇਲੇ ਪ੍ਰਭੂ ਦਰਗੇ ਕਾ ਬਸੀਠ। ਜੋ रूप हराप गुरु नानक कहायो। शरीरों पालन को बाहर जाए, नाम न लहे बहुत बेगार दुख पाए। मनमुख अंधे सूझे नहीं, फिर किरे आए गुरमुख मत पावने। गुरु साहब के 3 विआह एक पूरा नहीं निभदा, ते 3 विआह, 3 वोटियां, 3 कलेश खत्म नहीं होंदा। अगों बच्चों की लड़ाई, शरीका ते सौकण। फिर सिक्खी का असूल नहीं 2 विआह करने। एका नारी सदा जाति का हुक्म है। सो अपनी लिखत आप तोड़ दी। रब दे सुनहरी असूल आप ही तोड़ दिते। नहीं है लिखत सिखां की नहीं, किसी बामण की है, किसी शरारती हिंदू की है, ਜਾਂ ਜ਼ਬਰਦਸਤੀ ਲਿਖਵਾਇਆ ਗਿਆ ਹੈ। ਮਾਤਾ ਜੀਚੋ ਜੀ ਨਾਲ ਵਿਆਹ ਹੋਇਆ, ਘਰ ਆ ਕੇ ਸੁੰਦਰੀ ਨਾਂ ਪੈ ਗਿਆ। ਸੋਹਣੀ ਹੋਣ ਕਰਕੇ ਸਾਰੇ ਸੁੰਦਰੀ ਕਰਕੇ ਬੁਲਾਉਣ ਲੱਗ ਪਏ। ਮਹਿਲ ਵਹੁਟੀ 1 ਨਾਂ 2।
ਸੋ ਮਾਤਾ ਸਾਹਿਬ ਕੌਰ ਦੀ ਗੱਲ ਇਸ ਤਰ੍ਹਾਂ ਹੈ ਕਿ ਮਾਤਾ ਸਾਹਿਬ ਕੌਰ ਦੇ ਪਿਤਾ ਜੀ ਨੇ ਪਹਿਲਾਂ ਹੀ ਕਹਿ ਰੱਖਿਆ ਸੀ ਕਿ ਮੈਂ ਆਪਣੀ ਕੁੜੀ ਦਾ ਰਿਸ਼ਤਾ ਗੁਰੂ ਗੋਬਿੰਦ ਸਿੰਘ ਜੀ ਨਾਲ ਕਰਨਾ ਹੈ। ਉੱਥੇ ਸੰਗਤ ਸਾਹਿਬ ਕੌਰ ਜੀ ਨੂੰ ਮਾਤਾ ਜੀ ਕਰਕੇ ਬੁਲਾਉਣ ਲੱਗ ਪਈ। ਇੱਕ ਤਾਂ ਉਹਨਾਂ ਨੇ ਡੋਲਾ ਚੁੱਕਿਆ ਤੇ ਗੁਰੂ ਸਾਹਿਬ ਕੋਲ ਆ ਗਏ। ਗੁਰੂ ਪਾਤਸ਼ਾਹ ਨੇ ਵਿਆਹ ਕਰਾਉਣ ਤੋਂ ਇਨਕਾਰੀ ਕੀਤੀ ਕਿ ਮੇਰਾ ਵਿਆਹ ਹੋਇਆ ਹੋਇਆ। ਉਹਨਾਂ ਬੇਨਤੀ ਕੀਤੀ, ਗੁਰੂ ਸਾਹਿਬ ਜੀ ਇਹਨਾਂ ਨੂੰ ਤਾਂ ਸਾਰੀ ਸੰਗਤ ਮਾਤਾ ਜੀ ਕਰਕੇ ਬੁਲਾਉਂਦੇ, ਅੱਛਾ ਇਹ ਗੱਲ ਹੈ ਤਾਂ ਅਸੀਂ ਇਸ ਨੂੰ ਖਾਲਸੇ ਦੀ ਮਾਂ, ਸੰਗਤ ਦੀ ਮਾਂ ਬਣਾ ਦਿੰਦੇ ਹਾਂ, ਪਰ ਵਿਆਹ ਨਹੀਂ ਕਰਾਵਾਂਗੇ। ਪਾਤਸ਼ਾਹ ਨੇ ਮਿਹਰ ਕਰਕੇ, ਨਜ਼ਰ ਕਰਕੇ ਸੰਤੁਸ਼ਟੀ ਬਖਸ਼ੀ ਤੇ ਖਾਲਸੇ ਦੀ ਮਾਂ ਬਣਾ ਦਿੱਤਾ। ਅੱਜ ਵੀ ਅੰਮ੍ਰਿਤ ਛਕਣ ਗਿਆ ਪਿਤਾ ਗੁਰੂ ਗੋਬਿੰਦ ਸਿੰਘ ਦੇ ਮਾਤਾ ਸਾਹਿਬ ਕੌਰ ਜੀ ਕਿਹਾ ਜਾਂਦਾ ਹੈ। ਪਾਤਸ਼ਾਹ ਅਸੂਲਾਂ ਦੇ ਪੱਕਿਆਂ ਨੇ ਵਿਆਹ ਨਹੀਂ ਕਰਵਾਇਆ, ਤੇ ਜੇ 6ਵੇਂ ਤੇ 7ਵੇਂ ਪਾਤਸ਼ਾਹ ਨੇ 3-3 ਵਿਆਹ ਹੁੰਦੇ ਤਾਂ ਗੁਰੂ ਸਾਹਿਬ ਵੀ ਕਰਵਾ ਲੈਂਦੇ, ਕੀ ਹਰ ਸੀ। ਪਰ ਨਹੀਂ, ਆਪਣੇ ਬਣਾਏ ਅਸੂਲ ਨਹੀਂ ਤੋੜੇ। ਲੜਾਈ ਵਿੱਚ ਵਿਦਾਵਾ ਲਿਖਣਾ ਇਤਿਹਾਸ ਲਿਖਦਾ ਹੈ ਕਿ ਲੜਾਈ ਤੋਂ ਤੰਗ ਆ ਗਿਆ ਸਿੰਘਾਂ ਨੇ ਵਿਦਾਵਾ ਲਿਖਤਾ, ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ, ਛੱਡ ਕੇ ਚਲੇ ਗਏ। ਹੈਰਾਨਗੀ ਦੀ ਗੱਲ ਇਹ ਹੈ ਕਿ ਚਲੇ ਕਿੱਥੋਂ ਦੀ ਗਏ, ਕਿਵੇਂ ਚਲੇ ਗਏ। ਕਿਲ੍ਹਾ ਤਾਂ ਫੌਜਾਂ ਨੇ ਘੇਰਿਆ ਹੋਇਆ ਸੀ, ਘੇਰੇ ਨੂੰ ਤੋੜ ਕੇ ਚਲੇ ਗਏ। ਸਿੱਖਾਂ ਤੂੰ ਮਿਲਟਰੀ 'ਚ ਨੌਕਰੀ ਕੀਤੀ ਹੈ ਕਿ ਨਹੀਂ? ਕਿਸੇ ਮਿਲਟਰੀ ਦੇ ਅਫਸਰ ਨਾਲ ਗੱਲ ਕਰ। ਜਦੋਂ ਫੌਜ ਕਾਬੂ ਵਿੱਚ ਨਹੀਂ ਰਹਿੰਦੀ ਤਾਂ ਮਿਊਟਨੀ ਹੋ ਜਾਂਦੀ ਹੈ ਤੇ ਅਫਸਰ ਨੂੰ ਗੋਲੀ ਨਾਲ ਉਡਾ ਦਿੱਤਾ ਜਾਂਦਾ ਹੈ ਜਾਂ ਕੋਰਟ ਮਾਰਸ਼ਲ ਕਰ ਦਿੱਤਾ ਜਾਂਦਾ ਹੈ। ਫੌਜ ਨੂੰ ਸੰਭਾਲ ਨਹੀਂ ਸਕਿਆ। ਤੂੰ ਵੀ ਇਹ ਦੋਸ਼ ਸਾਰੀ ਸ੍ਰਿਸ਼ਟੀ ਦੇ ਕਰਤੇ ਤੇ ਲਾਈ ਜਾ ਰਿਹਾ। ਸਿੰਘ ਤਾਂ ਜਾਨਾਂ ਮਾਰਦੇ ਸਨ, ਅੰਮ੍ਰਿਤ ਛਕਣ ਵੇਲੇ ਸਿਰ ਤਾਂ ਲੈ ਹੀ ਲਿਆ ਸੀ, ਬਾਕੀ ਕੀ ਰਹਿ ਗਿਆ। ਇਸ ਵਿੱਚ ਇਹ ਸਾਬਤ ਹੁੰਦਾ ਹੈ ਗੁਰੂ ਸਾਹਿਬ ਚੰਗੇ ਜਰਨੈਲ ਨਹੀਂ ਸਨ, ਚੰਗੇ ਪ੍ਰਬੰਧਕ ਨਹੀਂ ਸਨ, ਚੰਗੇ ਆਰਗੇਨਾਈਜ਼ਰ ਨਹੀਂ ਸਨ, ਬਹੁਤੇ ਸਿਆਣੇ ਨਹੀਂ ਸਨ। 40 ਕੁ ਸਿੰਘਾਂ ਨੂੰ ਸਾਂਭ ਨਾ ਸਕੇ। ਬਹੁਤ ਕੁਫਰ ਕਮਾ ਰਹੇ हैं ਸਿੰਘਾਂ, ਗੁਰੂ ਦੀ ਬਹੁਤ ਨਰਾਦਰੀ ਕਰ ਰਹੇ हैं। ਪਾਤਸ਼ਾਹ ਸਾਰੀ ਸ੍ਰਿਸ਼ਟੀ ਨੂੰ ਅੱਜ ਵੀ ਸਾਂਭ ਰਹੇ ਹਨ। ਤੂੰ ਦੇਖ ਸੁਰਤੀ ਲਾ ਕੇ ਗੁਰਬਾਣੀ ਵੀ ਕਹਿੰਦੀ ਹੈ ਕਿ 40 ਕੁ ਸਿੰਘ ਉਹਨਾਂ ਤੇ ਭਾਰੂ ਹੋ ਗਏ। ਸਮਝ ਕਰ ਸਿੱਖਾ, ਸਮਝ ਕਰ। ਮੇਰੀ ਬੇਨਤੀ ਹੈ, ਤੈਨੂੰ ਤਾਂ ਅਕਲ ਹੈ ਨਹੀਂ, ਕਮ ਸੇ ਕਮ ਆਪਣੀ ਅਕਲ ਗੁਰੂ ਤੇ ਨਾ ਵਰਤ। ਸਾਰੀ ਸ੍ਰਿਸ਼ਟੀ ਨੂੰ ਅੱਜ ਵੀ ਕੌਣ ਸੰਭਾਲ ਰਿਹਾ ਹੈ, ਤੂੰ ਦੱਸ ਦੇ। ਪਰ ਦੇਖ ਕੇ ਦੱਸੀ, ਬ੍ਰਹਮਾ ਵਿਸ਼ਨੂੰ ਸ਼ਿਵ ਜੀ ਰਾਮ ਕ੍ਰਿਸ਼ਨ ਤਾਂ ਗੁਰੂ ਦੇ ਦਰ ਤੇ ਹੱਥ ਜੋੜ ਕੇ ਖੜੇ ਹਨ। ਸਾਨੂੰ ਗੁਰਸਿੱਖੀ ਬਖਸ਼ੋ, ਅੰਮ੍ਰਿਤ ਦੀ ਦਾਤ ਬਖਸ਼ੋ, ਦੁਬਾਰਾ ਜਨਮ ਬਖਸ਼ੋ ਤਾਂ ਕਿ ਅਸੀਂ ਵੀ ਤੁਹਾਡੇ ਦਰ ਤੇ ਪਹੁੰਚ ਸਕੀਏ। ਕਿਰਪਾ ਕਰਕੇ ਬਖਸ਼ੋ, ਸਿੱਖੀ ਬਖਸ਼ੋ, ਅੰਮ੍ਰਿਤ ਬਖਸ਼ੋ। ਜਦੋਂ ਕਿਲ੍ਹਾ ਛੱਡਿਆ ਤਾਂ ਸਿੱਖ ਵਿਛੜ ਗਏ, ਬੱਚੇ ਪਰਿਵਾਰ ਵਿਛੜ ਗਿਆ, ਮੁਕਤਸਰ ਵਿਛੜੇ ਹੋਏ ਸਿੰਘ ਦੁਬਾਰਾ ਆ ਕੇ ਫਿਰ ਲੜੇ। ਇਹੋ ਹੀ ਬਹਾਦਰੀ ਹੈ, ਜਾਨ ਦੀ ਪਰਵਾਹ ਨਾ ਕੀਤੀ, ਫਿਰ ਦੁਬਾਰਾ ਆ ਗਏ। ਸਿੱਖ ਤਾਂ ਲੱਖਾਂ ਵਾਰੀ ਕੁਰਬਾਨ ਹੋਣ ਨੂੰ ਤਿਆਰ ਹੈ, ਮੌਤ ਨਾਲ ਖੇਡਦਾ ਹੈ, ਸਰੀਰਕ ਮੌਤ ਨੂੰ ਤਾਂ ਮਖੌਲ ਕਰਦਾ ਹੈ। ਸਿੰਘ ਗੁਰੂ ਨੂੰ ਛੱਡ ਕੇ ਨਹੀਂ ਜਾ ਸਕਦਾ, ਕਦੇ ਨਹੀਂ ਜਾ ਸਕਦਾ। ਬਾਣੀ ਪੜ੍ਹੋ, ਆਰੇ ਨਾਲ ਚੀਰਿਆ ਜਾਵਾਂ ਪਰ ਤੇਰੀ ਪਿੱਠ ਨਾ ਹੋਵੇ। ਵਿਦਾਵਾ ਤਾਂ ਪਿੱਠ ਹੈ, ਕਰਵਤ ਭਲਾ ਨਾ ਕਰਵਟ ਤੇਰੀ। ਬੀਬੀ ਅਮਰਜੀਤ ਕੌਰ ਦਾ ਸਿੰਘ ਸ਼ਹੀਦ ਹੋ ਗਿਆ, ਫੌਜਾ ਸਿੰਘ, 1978 ਵਿੱਚ ਵਿਸਾਖੀ ਤੇ। ਬੀਬੀ ਸਾਰੀ ਰਾਤ ਕੀਰਤਨ ਕਰਦੇ ਰਹੀ, ਵਿਦਾਵਾ ਦੇ ਦਿੱਤਾ ਗੁਰੂ ਸਾਹਿਬ ਨੂੰ। ਕਿੰਨੇ ਸਿੰਘ ਸ਼ਹੀਦ ਹੋਣੇ, ਕਿੰਨੇ ਹੋਣਗੇ। ਜਿੰਨਾ ਚਿਰ ਰਾਜ ਆਪਣਾ ਨਹੀਂ ਆਉਂਦਾ ਹੁੰਦੇ ਰਹਿਣਗੇ। ਕੀ ਕਿਸੇ ਨੇ ਵਿਦਾਵਾ ਲਿਖ ਦਿੱਤਾ ਗੁਰੂ ਪਾਤਸ਼ਾਹ ਨੂੰ? ਕਿੰਨੇ ਸਿੰਘ ਜੇਲ੍ਹਾਂ ਵਿੱਚ ਸੜ ਗਏ ਤੇ ਕਿਸੇ ਨੇ ਵਿਦਾਵਾ ਲਿਖ ਦਿੱਤਾ ਗੁਰੂ ਸਾਹਿਬ ਨੂੰ? ਗੁਰੂ ਕੇ ਲਾਲ ਗੱਲ ਸਮਝ, ਸਰੀਰਕ ਮੌਤ ਮੌਤ ਨਹੀਂ ਹੁੰਦੀ। ਸਿੱਖ ਸਿੰਘ ਖਾਲਸਾ ਆਤਮਕ ਮੌਤ ਤੋਂ ਡਰਦਾ ਹੈ। ਕਿਤੇ ਧਰਮਰਾਜ ਕੋਲ ਨਾ ਚਲਾ ਜਾਵਾਂ, ਸਰੀਰ ਨੂੰ ਤਾਂ ਠੀਕਰਾ ਸਮਝਦਾ। ਠੀਕਰ ਫੋਰ ਦਲੀਤ ਸਿਰ ਪ੍ਰਭ ਰੁਕੀਆ ਪਿਆਨ। ਇਹ ਸਰੀਰ ਠੀਕਰਾ, ਕੱਚਾ ਭਾਂਡਾ, ਸ਼ਹੀਦੀ ਤਾਂ ਮੰਗਦਾ ਹੈ ਸਿੰਘ। ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰਿਆ। ਕਿ ਦਿਆਲਾ ਜੀ ਡੋਲ ਗਏ, ਕਿ ਦਿਆਲਾ ਜੀ ਪਾਣੀ ਵਿੱਚ ਉਬਾਲ ਦਿੱਤਾ, ਕਿ ਸਤੀ ਦਾਸ ਜੀ ਡੋਲ ਗਏ, ਰੂਹ ਬਣ ਕੇ ਤੇਲ ਪਾ ਕੇ ਸਾੜ ਦਿੱਤਾ। ਕਿ ਗੁਰੂ ਪਾਤਸ਼ਾਹ ਘਬਰਾ ਗਏ? ਨਾ ਗੁਰੂ ਸਾਹਿਬ ਘਬਰਾਏ, ਨਾ ਸਿੰਘ। ਮੌਤ ਨੂੰ ਖਿੱਦੋ ਖੁੰਡੀ ਦੀ ਖੇਡ ਸਮਝਦੇ ਹਨ। ਕਿਸ ਨੇ ਬਦਾਵਾ ਦਿੱਤਾ? ਕਿ ਅੱਗੋਂ ਪਰਿਵਾਰ ਸਿੱਖੀ ਨੂੰ ਬਦਾਵਾ ਦੇ ਗਏ। ਕੀ ਲਿਖ ਰਹੇ ਹੈ, ਕੀ ਪ੍ਰਚਾਰ ਕਰ ਰਹੇ ਹੈ? ਆਪਣੀ ਮਿੱਟੀ ਆਪ ਹੀ ਪੁੱਟੀ ਜਾ ਰਹੇ, ਆਪਣੀ ਇੱਜ਼ਤ ਦਾ ਸਵਾਲ ਰੱਖ। ਹੋਰ ਦੇਖ, ਸਿੰਘਣੀਆਂ ਜੇਲ੍ਹ ਵਿੱਚ ਸਨ, ਸਵਾ ਮਨ ਦੇ ਪੀਸਣ ਪੀਠੇ, ਛਾਂਟੇ ਖਾਧੇ, ਆਪਣੇ ਬੱਚਿਆਂ ਦੇ ਟੁਕੜੇ ਕਰਵਾ ਕੇ ਗਲਾਂ ਵਿੱਚ ਹਾਰ ਪਵਾ ਲੈ, ਪੀਸਣ ਪੀਂਦੀਆਂ ਰਹੀਆਂ। ਸ਼ਾਮ ਨੂੰ ਅਰਦਾਸ ਕੀਤੀ, 4 ਪਹਿਰ ਗੁਰੂ ਸਾਹਿਬ ਜੀ ਸੁੱਖ ਨਾਲ ਬਤੀਤ ਹੋ ਗਿਆ। 4 ਪਹਿਰ ਰਹਿਣ ਆਈ, ਸੁੱਖ ਨਾਲ ਬਤੀਤ ਕਰਾਉਣੀ। ਬਦਾਵਾ ਨਾ ਲਿਖ ਦਿੱਤਾ। ਇੰਨੀ ਤਕਲੀਫ ਔਕੜ ਹੋਰ ਕੀ ਹੋ ਸਕਦੀ ਹੈ? ਅੱਜ ਦਾ ਸਿਆਸੀ ਸ਼ਰਾਬੀ ਸਿੰਘ ਪਹਿਲਾਂ ਹੀ ਬਦਾਵਾ ਲਿਖੀ ਬੈਠਾ ਹੈ। ਤੂੰ ਗੁਰੂ ਦਾ ਹੀ ਨਹੀਂ, ਜਿਸ ਨੇ ਤੈਨੂੰ ਜਨਮ ਦਿੱਤਾ ਹੈ। ਹੋਰ ਕੀ ਪਕਿਆਈ ਦੱਸ ਰਹੇ? ਗੁਰੂ ਸਾਹਿਬ ਦੀ ਮੌਤ ਬਾਰੇ ਸਰਹੰਦ ਦੇ ਵਜ਼ੀਰ ਖਾਨ ਨੇ 2 ਪਠਾਨ ਭੇਜੇ, ਗੁਰੂ ਸਾਹਿਬ ਨੂੰ ਕਤਲ ਕਰ ਦਿਓ। ਤੇ ਗੁਰੂ ਸਾਹਿਬ ਸ਼ਤਰੰਜ ਖੇਡਣ ਲੱਗ ਪਏ। ਉਹਨਾਂ ਨਾਲ ਕੱਲ ਨੂੰ
ਲਿਖ ਦਿਓਗੇ ਜੂਆ ਖੇਡਣ ਲੱਗ ਪਏ। ਰੱਬ ਜੂਆ ਖੇਡਦਾ ਜਾਂ ਸ਼ਤਰੰਜ ਖੇਡਦਾ? ਸਮਾਂ ਹੈ ਸ਼ਤਰੰਜ ਖੇਡਣ ਦਾ। ਫਿਰ ਰੱਬ ਨੂੰ ਮਰਨਾ ਨਹੀਂ ਆਉਂਦਾ। ਗੁਰੂ ਅੰਤਰਜਾਮੀ ਹੁੰਦਾ ਪਰ ਜ਼ਾਹਰ ਨਹੀਂ ਕਰਦਾ। ਸਾਰੀਆਂ ਤਾਕਤਾਂ ਦਾ ਮਾਲਕ ਹੁੰਦਾ ਪਰ ਇਸਤੇਮਾਲ ਨਹੀਂ ਕਰਦਾ। ਇਹੋ ਜਿਹੀ ਭੈੜੀ ਮੌਤ ਨਹੀਂ ਮਰਦਾ ਕਿ ਪਠਾਨਾਂ ਦੇ ਹੱਥੋਂ ਮਰ ਗਿਆ। ਗੁਰੂ ਸਾਹਿਬ ਊਂਘ ਰਹੇ ਸਨ। ਗੁਰੂ ਜਾਗਤ ਜੋਤ ਹੋਣ ਕਰਕੇ ਊਂਘਦਾ ਹੀ ਨਹੀਂ। ਉੱਥੇ ਊਂਘ ਨਾ ਭੁੱਖ ਹੈ। ਇਹ ਅਵਸਥਾ ਤਾਂ ਆਪਣੇ ਗੁਰਸਿੱਖ ਨੂੰ ਬਖਸ਼ਦਾ ਹੈ। ਅਤੇ ਆਪ ਗੁਰੂ ਪਰਮੇਸ਼ਰ ਊਂਘ ਰਿਹਾ ਸੀ ਅਤੇ ਪਠਾਨ ਬੇਅਮਰਤੀਆ ਕੋਲ ਬੈਠਾ ਗੁਰੂ ਨਾਲ ਸ਼ਤਰੰਜ ਖੇਡ ਰਿਹਾ ਸੀ ਅਤੇ ਛੁਰਾ ਕੱਢ ਮਾਰਿਆ। ਕਿਆ ਬਕਵਾਸ ਹੈ। ਫਿੱਟ ਲਾਹਨਤ ਇਹੋ ਜਿਹਾ ਇਤਿਹਾਸ ਦੀ ਸੁਣਨ ਅਤੇ ਪੜ੍ਹਨ ਵਾਲੇ ਵੀ ਫਿੱਟੇ ਮੂੰਹ ਹੈ। ਪਹਿਲਾਂ ਗੁਰੂ ਨੂੰ ਜਾਣੋ, ਗੁਰੂ ਹੁੰਦਾ ਕੌਣ ਹੈ, ਬਾਣੀ ਵਿਚਾਰੋ, ਸੁਰਤੀ ਲਾਓ, ਗੁਰੂ ਸਾਹਿਬ ਦੇ ਦਰਸ਼ਨ ਕਰੋ। ਪੁੱਛੋ ਗੁਰੂ ਸਾਹਿਬ ਜੀ ਗੁਰੂ ਨਾਨਕ ਵਾਹਿਗੁਰੂ ਦੀ ਮੌਤ ਕਿਵੇਂ ਹੋਈ? ਉਹ ਕਿਵੇਂ? ਉਹ ਇਸੇ ਤਰ੍ਹਾਂ 10ਵੇਂ ਪਾਤਸ਼ਾਹ ਨੇ ਕਿਹਾ ਸਮਾਂ ਆ ਗਿਆ, ਅਸੀਂ ਚਲੇ ਜਾਣਾ। ਘੋੜੇ ਸਮੇਤ ਸੱਚਖੰਡ ਚਲੇ ਗਏ। ਹਾਥੀ ਨਾਲ ਮੁਕਾਬਲਾ। ਹਾਥੀ ਨੂੰ ਸ਼ਰਾਬ ਪਿਆ ਕੇ ਤਵੇ ਬੰਨ੍ਹ ਕੇ ਗੁਰੂ ਸਾਹਿਬ ਦੇ ਕਿਲ੍ਹੇ ਵੱਲ ਭੇਜਿਆ। ਸੂਈਏ ਖਬਰ ਦਿੱਤੀ। ਸੰਗਤ ਉਡੀਕ ਰਹੀ ਸੀ ਕਿ ਕਦੋਂ ਗੁਰੂ ਸਾਹਿਬ ਆਉਂਦੇ ਅਤੇ ਕਿਸ ਦੀ ਡਿਊਟੀ ਲਾਉਂਦੇ। ਸੋ ਸਾਰਿਆਂ ਤੋਂ ਦੁਬਲਾ, ਪਤਲਾ, ਕਮਜ਼ੋਰ, ਇੱਕ ਉਂਗਲ ਵਰਗਾ ਬਰੀਕ ਇਕੱਲਾ ਬਚਿੱਤਰ ਸਿੰਘ ਸੀ। ਗੁਰੂ ਪਾਤਸ਼ਾਹ ਆਏ, ਦੇਖਿਆ ਸਾਰੀ ਸੰਗਤ 'ਚੋਂ ਬਰੀਕ ਸਿੰਘ ਇਹੋ ਹੀ ਹੈ। ਤਾਂ ਬਚਿੱਤਰ ਸਿੰਘ ਵੱਲ ਇਸ਼ਾਰਾ ਕੀਤਾ, ਸਾਡਾ ਜਰਨੈਲ ਹਾਥੀ ਦਾ ਮੁਕਾਬਲਾ ਕਰੇਗਾ। ਅਤੇ ਬਚਿੱਤਰ ਸਿੰਘ ਨੇ ਖੜੋ ਕੇ ਮੱਥਾ ਟੇਕਿਆ ਅਤੇ ਆਸ਼ੀਰਵਾਦ ਲਿਆ। ਆਪਣੇ ਆਪ ਨੂੰ ਖੁਸ਼ ਨਸੀਬ ਭਡਭਾਗੀ ਸਮਝਿਆ। ਸਾਰੀ ਸੰਗਤ ਵਿੱਚੋਂ ਮੇਰਾ ਨੰਬਰ ਆਇਆ ਅਤੇ ਡਟ ਕੇ ਮੁਕਾਬਲਾ ਕੀਤਾ। ਹਾਥੀ ਪਾੜ ਕੇ ਰੱਖਤਾ। ਜਦੋਂ ਬਚਿੱਤਰ ਸਿੰਘ ਮੁਕਾਬਲਾ ਕਰਕੇ ਵਾਪਸ ਆਇਆ ਤਾਂ ਸੰਗਤ ਨੇ ਸਾਰਾ ਨਜ਼ਾਰਾ ਪੁੱਛਿਆ ਕਿ ਤੂੰ ਕਿਵੇਂ ਮੁਕਾਬਲਾ ਕੀਤਾ? ਤਾਂ ਉਸਨੇ ਦੱਸਿਆ, ਮੈਂ ਜਦੋਂ ਸਾਹਮਣੇ ਗਿਆ ਤਾਂ ਮੈਨੂੰ ਇਸ ਤਰ੍ਹਾਂ ਲੱਗਾ ਕਿ ਮੈਂ ਤਾਂ ਮੁੱਕਾ ਮਾਰ ਕੇ ਹੀ ਮਾਰ ਸਕਦਾ। ਨਾਗਨੀ ਬਰਛੀ ਦੀ ਕੀ ਲੋੜ ਹੈ? ਇਹ ਸਾਰੀ ਬਖਸ਼ਿਸ਼ ਗੁਰੂ ਸਾਹਿਬ ਦੀ ਹੈ। ਸਾਖੀਕਾਰ ਲਿਖਦਾ ਹੈ ਕਿ ਦੁਨੀ ਚੰਦ ਨੂੰ ਕਿਹਾ, ਉਹ ਡਰ ਗਿਆ, ਉਸਨੇ ਛਾਲ ਮਾਰਤੀ, ਉੱਥੇ ਹੀ ਮਰ ਗਿਆ। ਫਿਰ ਗੁਰੂ ਸਾਹਿਬ ਨੇ ਬਚਿੱਤਰ ਸਾਹਿਬ ਨੂੰ ਕਿਹਾ, ਜੇ ਸਿੰਘ ਬਣ ਕੇ ਗਿੱਦੜਾਂ ਜਾਂ ਹਿੰਦੂਆਂ ਦੀ ਤਰ੍ਹਾਂ ਮੌਤ ਤੋਂ ਹੀ ਡਰਨਾ ਤਾਂ ਸਿੰਘ ਸੱਜਣ ਦੀ ਕੀ ਲੋੜ ਹੈ? ਗਿੱਦੜ ਹਿੰਦੂ ਹੀ ਰਹਿਣਾ ਹੈ, ਸ਼ੇਰ ਬਣਨ ਦੀ ਲੋੜ ਕਿਉਂ ਪੈ ਗਈ? ਸਾਖੀਕਾਰ ਦੱਸਣਾ ਚਾਹੁੰਦਾ ਹੈ ਕਿ ਸਾਰੇ ਸਿੰਘ ਸ਼ੇਰ ਨਹੀਂ ਹੁੰਦੇ, ਬਹਾਦਰ ਨਹੀਂ ਹੁੰਦੇ, ਕਮਜ਼ੋਰ ਦਿਲ ਹਿੰਦੂਆਂ ਵਰਗੇ ਵੀ ਹਨ। ਸਾਖੀਕਾਰ ਹਿੰਦੂ ਲੱਗਦਾ ਹੈ। ਹਾਥੀ ਸੁਣ ਕੇ ਹੀ ਡਰ ਗਿਆ ਹੋਣਾ ਅਤੇ ਉਸਦਾ ਆਪਣਾ ਨਾਂ ਦੁਨੀ ਚੰਦ ਹੋਣਾ। ਤੋ ਮਾਰੀ ਛਾਲ ਡਰ ਕੇ ਦੂਜੇ ਪਾਸੇ। ਇਹ ਹੈ ਬਦਾਵਾ ਜੋ ਹਿੰਦੂ ਦੇ ਸਕਦੇ ਹਨ, ਖਾਲਸੇ ਨਹੀਂ। ਹਿੰਦੂਆਂ ਨੇ ਵੱਢੀ ਲੈਣ ਤੋਂ ਬਗੈਰ, ਦੇਸ਼ ਵੇਚਣ ਤੋਂ ਬਗੈਰ ਕੋਈ ਕੁਰਬਾਨੀ ਕੀਤੀ। ਤੂੰ ਸਾਨੂੰ ਆਪਣੇ ਵਰਗਾ ਗਦਾਰ ਨਾ ਸਮਝ। ਤੂੰ ਮਾਇਆ ਦਾ ਪੁਤਲਾ ਹੈ। ਹੀ ਦਸ਼ਮੇਸ਼ ਦੇ ਖਾਲਸੇ ਪਿਓਰ ਰੱਬ ਵਰਗੇ। ਭਾਈ ਜੋਗਾ ਜੀ ਦੀ ਸਾਖੀ। ਭਾਈ ਜੋਗਾ ਸੰਗਤ ਵਿੱਚ ਬੈਠਾ ਸੀ। ਗੁਰੂ ਪਾਤਸ਼ਾਹ ਪੁੱਛਿਆ, ਕੀ ਨਾਂ ਤੇਰਾ? ਜੋਗਾ। ਕਿਸ ਜੋਗਾ? ਗੁਰੂ ਜੋਗਾ। ਬਹੁਤ ਆਨੰਦ ਦਰਸ਼ਨੀ ਸਿੰਘ ਸੀ, ਗੁਰੂ ਸਾਹਿਬ ਦਾ ਪਿਆਰਾ ਸਿੰਘ। ਗੁਰੂ ਨੇ ਕਿਹਾ, ਜੇ ਤੂੰ ਗੁਰੂ ਜੋਗਾ ਅਤੇ ਗੁਰੂ ਤੇਰੇ ਜੋਗਾ। ਜੋਗੇ ਦਾ ਵਿਆਹ ਹੋ ਰਿਹਾ ਸੀ। ਸਿੰਘ ਇੱਕ ਹੁਕਮਨਾਮਾ 10ਵੇਂ ਪਾਤਸ਼ਾਹ ਦਾ ਲੈ ਕੇ ਪਹੁੰਚਿਆ। ਜੋਗੇ ਨੇ ਲਾਵਾਂ ਵਿੱਚੇ ਨਹੀਂ ਛੱਡੀਆਂ, ਲਾਵਾਂ ਪੂਰੀਆਂ ਕੀਤੀਆਂ। ਲਾਵਾਂ ਵਿੱਚੇ ਛੱਡਣੀਆਂ ਵੀ ਨਰਾਦਰੀ ਹੈ। ਫਿਰ ਸਹਿਜ ਪੱਖ ਆਉਂਦਾ, ਸਹਿਜ ਬਿਲਕੁਲ ਨਹੀਂ। ਲਾਵਾਂ ਪੂਰੀਆਂ ਕੀਤੀਆਂ। ਘਰਦਿਆਂ ਨੂੰ ਕਿਹਾ, ਮੈਂ ਗੁਰੂ ਸਾਹਿਬ, ਮੈਨੂੰ ਗੁਰੂ ਸਾਹਿਬ ਨੇ ਯਾਦ ਕੀਤਾ ਕਿਉਂਕਿ ਮੈਂ ਗੁਰੂ ਜੋਗਾ ਕਹਿ ਚੁੱਕਾ ਹੋ ਚੁੱਕਾ ਹਾਂ। ਤਾਂ ਘਰਦਿਆਂ ਨੇ ਕਿਹਾ, ਸੁਹਾਗ ਰਾਤ ਮਨਾਈ ਜਾ। ਜੋਗੇ ਨੇ ਕਿਹਾ, ਇਹੋ ਜਿਹੀਆਂ ਲੱਖਾਂ ਸੁਹਾਗ ਰਾਤਾਂ ਮੈਂ ਆਪਣੇ ਗੁਰੂ ਪਾਤਸ਼ਾਹ ਤੋਂ ਵਰਤੇ ਹਾਂ। ਕਿਉਂਕਿ ਕਾਮੀ ਹਿੰਦੂ ਸੀ। ਅਤੇ ਕਹਿ ਕੇ ਤੁਰ ਪਿਆ ਅਤੇ ਠੀਕ ਗੁਰੂ ਸਾਹਿਬ ਕੋਲ ਪਹੁੰਚ ਗਿਆ। ਜਾ ਕੇ ਮੱਥਾ ਟੇਕਿਆ ਅਤੇ ਗੁਰੂ ਸਾਹਿਬ ਨੇ ਹੱਸੀ ਦਿੱਤੀ। ਹਿੰਦੂ ਸਾਖੀਕਾਰ ਨੂੰ ਇਹ ਉੱਚਾ ਜੀਵਨ, ਇਤਨਾ ਉੱਚਾ ਜੀਵਨ, ਇੱਕ ਗੁਰਸਿੱਖ ਦਾ ਇਤਨਾ ਪਿਆਰ ਗੁਰੂ ਪਾਤਸ਼ਾਹ ਨਾਲ, ਸੁਹਾਗ ਰਾਤ ਹੀ ਛੱਡ ਕੇ ਤੁਰ ਪਿਆ, ਪਸੰਦ ਨਾ ਆਇਆ, ਸੜ ਬਲ ਗਿਆ। ਈਰਖਾ ਵਾਲਾ ਸੜਦਾ ਹੀ ਹੈ ਅਤੇ ਈਰਖਾ ਤਾਂ ਕੁੱਟ-ਕੁੱਟ ਕੇ ਭਰੀ ਪਈ ਹੈ ਇਹਨਾਂ ਵਿੱਚ। ਨਾ ਸਿੱਖ ਰੱਖ ਕੇ ਸਾਖੀ ਲਿਖਦੀ ਕਿ ਜੋਗਾ ਹੁਸ਼ਿਆਰਪੁਰ ਪਹੁੰਚ ਕੇ ਡੋਲ ਗਿਆ ਕਿਉਂਕਿ ਉਹ ਕ੍ਰਿਸ਼ਨ ਦਾ ਪੁਜਾਰੀ ਸੀ। ਕੰਜਰੀ ਦੇ ਡੇਰੇ ਜਾਣਾ ਚਾਹਿਆ ਅਤੇ ਗੁਰੂ ਸਾਹਿਬ ਅਨੰਦਪੁਰ ਬੈਠੇ ਸਨ। ਪਤਾ ਲੱਗਾ ਜੋਗਾ ਡੋਲ ਚੱਲਿਆ ਅਤੇ ਉੱਥੇ ਪਹੁੰਚੇ ਹੁਸ਼ਿਆਰਪੁਰ। ਹੁਣ ਦੇਖੋ ਅਤੇ ਸਮਝੋ, ਇਸ ਹਿੰਦੂ ਦੀ ਲਿਖਤ ਨੂੰ ਮੰਨ ਲਓ ਕਿ ਜੋਗਾ ਇੱਥੇ ਸੀ। ਅਤੇ ਗੁਰੂ ਸਾਹਿਬ ਨੂੰ ਜੋਗਾ ਸਿੰਘ ਪਿਆਰਾ ਸੀ ਕਿ ਕੰਜਰੀ ਪਿਆਰੀ ਸੀ? ਲਿਖਦਾ ਹੈ ਤੋ ਗੁਰੂ ਸਾਹਿਬ ਕੰਜਰੀ ਦੇ ਡੇਰੇ ਚੌਕੀਦਾਰ ਬਣ ਕੇ ਖੜੇ ਹੋ ਗਏ। ਕੰਜਰੀ ਨੂੰ ਪਤਾ ਹੀ ਨਾ ਲੱਗਾ। ਉਹ ਗਾਹਕਦੀ ਉਡੀਕਦੀ ਰਹੀ। ਗੁਰੂ ਸਾਹਿਬ ਦੇ ਦਰਸ਼ਨ ਕਰ ਲੈਂਦੀ ਤਾਂ ਪਵਿੱਤਰ ਹੋ ਜਾਂਦੀ, ਚਰਨਾਂ ਦੇ ਢਹਿ ਪੈਂਦੀ। ਪਰ ਐਸਾ ਨਹੀਂ। ਦੂਸਰਾ, ਜੇ ਗੁਰੂ ਸਾਹਿਬ ਜਾਂਦੇ ਤਾਂ ਪਹਿਲੇ ਜੋਗੇ ਕੋਲ ਜਾਂਦੇ। ਜੋਗਾ ਗੁਰੂ ਜੋਗਾ ਸੀ, ਕੰਜਰੀ ਗੁਰੂ ਜੋਗੀ ਨਹੀਂ ਸੀ। ਸੋ ਵਾਅਦਾ ਜੋਗੇ ਨੇ ਕੀਤਾ ਸੀ, ਕੰਜਰੀ ਨੇ ਨਹੀਂ ਕੀਤਾ ਸੀ। ਤੀਸਰਾ, ਗੁਰੂ ਸਾਹਿਬ ਸਰੀਰ ਤੌਰ 'ਤੇ ਗਏ ਕਿ ਸੂਖਸ਼ਮ ਸਰੀਰ ਵਿੱਚ? ਇਹ ਸਾਖੀਕਾਰ ਕਿੱਥੇ ਬੈਠਾ ਦੇਖ ਰਿਹਾ ਸੀ ਅਤੇ ਸਾਖੀ ਲਿਖ ਦਿੱਤੀ। ਫਿਰ ਆਪਾਂ ਜਦੋਂ ਅਰਦਾਸ ਕਰਦੇ ਹਾਂ, ਗੁਰੂ ਸਾਹਿਬ ਸਰੀਰਕ ਤੌਰ 'ਤੇ ਆ ਕੇ ਮਦਦ ਕਰਦੇ ਹਨ ਕਿ ਕੋਈ ਸਮਰੱਥਾ ਕੰਮ ਕਰਦੀ ਹੈ? ਗੁਰੂ ਸਾਹਿਬ ਸਮਰੱਥ ਗੁਰਦੇਵ ਹੈ। ਤਾਂ ਆਪਾਂ ਅਰਦਾਸ ਕੀਤੀ ਕਿ ਸਾਡੇ ਮੁੰਡੇ ਦੇ ਚੰਗੇ ਘਰ ਵਿਆਹ ਹੋ ਜਾਏ। ਵਿਆਹ ਹੋ ਗਿਆ। ਗੁਰੂ ਸਾਹਿਬ ਆਪ ਆ ਕੇ ਕਰਵਾਇਆ ਕਿ ਸਮਰੱਥਾ ਕੰਮ ਕਰ ਗਈ। ਤਾਂ ਇਸੇ ਤਰ੍ਹਾਂ ਇਹ ਗੱਲ ਬੜੀ ਸਮਝਣ ਦੀ ਲੋੜ ਹੈ। ਗੁਰੂ ਸਾਹਿਬ ਦੇ ਹੋਰ ਬੜੀਆਂ ਸਾਖੀਆਂ ਜੇ, ਬੜਾ ਟਾਈਮ ਹੋ ਗਿਆ।
ਸੋ ਟਾਈਮ ਦੇ ਮੁਤਾਬਕ ਭਾਈ ਗੁਰਦਾਸ ਦੀ ਸਾਖੀ ਲਿਖੀ ਹੈ, ਉਹਨਾਂ ਨੂੰ ਕਾਂਸ਼ੀ ਤੋਂ ਫੜ ਕੇ ਲਿਆਂਦਾ। ਸੋ ਕਈ ਗੱਲਾਂ ਐਸੀਆਂ ਜੋ ਸਾਨੂੰ, ਕਬੀਰ ਜੀ ਦੀ ਸਾਖੀ ਲਿਖੀ ਹੈ, ਬੜੀਆਂ ਸਾਖੀਆਂ ਨੇ। ਚਰਨ ਪੌਲ ਲੈਣੀ, ਅੰਮ੍ਰਿਤ ਛਕਣਾ ਲਿਖਿਆ, ਕਸਵੱਟੀ 'ਤੇ ਉਤਰਦੀਆਂ ਨੇ ਕਈ ਸਾਖੀਆਂ, ਧਿਆਨ ਨਾਲ ਪੜ੍ਹੋ। ਕਬੀਰ ਜੀ ਦਾ ਸਾਧੂਆਂ ਨੂੰ ਭੋਜਨ ਖਵਾਉਣਾ। ਫਰੀਦ ਜੀ 36 ਸਾਲ ਜੰਗਲਾਂ ਵਿੱਚ ਭਗਤੀ ਕੀਤੀ। ਫਰੀਦ ਲਿਖਦੇ, ਜੰਗਲ ਜੰਗਲ ਕਿਆ ਭਾਵੇਂ ਬਨਕੰਡਾ ਮੋੜੇ, ਵੱਸੀ ਰੱਬ ਹਿਆਲੀਏ ਜੰਗਲ ਕਿਆ ਢੂੰਡੇ। ਕਈ ਗੱਲਾਂ ਸਾਨੂੰ ਸਮਝ ਕੇ ਚੱਲਣਾ ਚਾਹੀਦਾ। ਹੁਣ ਇਸ ਤੋਂ ਕਸਵੱਟੀ ਦੇਖੋ ਗੁਰੂ ਸਾਹਿਬ ਦੀ, ਐਵੇਂ ਸਾਖੀਆਂ ਨਾ ਪੜ੍ਹੀ ਜਾਓ ਅਤੇ ਰੋਕੋ ਸਾਰਿਆਂ ਨੂੰ। ਗੁਰੂ ਸਾਹਿਬ ਬਖਸ਼ਿਸ਼ ਕਰਨ ਕਿ ਆਪਾਂ ਨੂੰ ਇਤਿਹਾਸ ਪੱਖ ਸਮਝ ਆ ਜਾਏ ਅਤੇ ਆਪਾਂ ਠੀਕ ਤਰੀਕੇ ਨਾਲ ਗੁਰੂ ਸਾਹਿਬ ਦੀ ਬਖਸ਼ਿਸ਼ ਲੈ ਸਕੀਏ। ਵਾਹਿਗੁਰੂ ਦੀ ਮਿਹਰ ਹੋ ਜਾਏ ਅਤੇ ਆਪਾਂ ਵਾਹਿਗੁਰੂ ਵਰਗੇ ਗੁਰਸਿੱਖ ਬਣ ਜਾਈਏ। ਗੁਰੂ ਸਾਹਿਬ ਦੀ ਕਿਰਪਾ ਲਈਏ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ। ਏਕ ਓਂਕਾਰ ਸਤਿਨਾਮ ਕਰਤਾ